नमस्कार दंडवत वंदना अनक बार अंबर उठत बैठत सोवत जगत मन तुझे तारै सुख दुख बिस्मत की व्यर्था तुझ ही आगे तारै तू मेरी ओट पार धन तुम ही तुम मेरे परिवार जो तुम करो सोई पल हमरे जो किस करे सोई सुख मान भूला काहे फिर अयान कौन वस्त आई तेरे संग दफ्तर है रस गोभी पतंग राम नाम जप हृदय माहे नानक पद सिद्धि कर जाए जिस वखर को लैन तू आया राम नाम संतन कर पाया तज अभिमान ले हो मन मोल राम नाम हृदय मनोना तू मेरी ओट पल तुद तन तुम ही तुम्हें मेरा परिवार जो तुम करो सोई पल हमरे एक नानक टूट चलना तुम प्राण तारे तुम प्राण
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਗੁਰੂ ਰੂਪ ਗੁਰੂ ਸਾਰੀ ਸਾਧ ਸੰਗਤ ਜੀਓ, ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰਨ ਵਾਸਤੇ ਮਾਈ ਭਾਈ ਸਾਰੇ ਹੀ ਪ੍ਰੇਮੀ ਜਨਤੂ ਨੂੰ ਨੇੜੇ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਲਾਂ ਤੋਂ ਛੁਟਕਾਰਾ ਪਾ ਕਰਕੇ ਨਿੱਤ ਰੋਜ਼ ਦੀ ਤਰ੍ਹਾਂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖਿੱਚ ਲਾਈਆਂ ਨੂੰ ਕਿਰਪਾਲਤਾ ਕਰ। ਤਾਂ ਦਿਆਓ ਥੋੜਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਾਈਏ, ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ, ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਸਤਿਸੰਗ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ, ਉਦੇਸ਼ ਕਹਿ ਲਓ, ਮੁੱਦਾ ਕਹਿ ਲਓ, ਏਮ ਆਫ ਲਾਈਫ ਕਹਿ ਲਓ, ਮਾਨਵ ਨੂੰ ਧਾਰਨ ਕਰਕੇ ਮਨੁੱਖਾਂ ਦੇ ਵਿੱਚ ਆ ਕਰਕੇ ਸਿਰਫ ਤੇ ਸਿਰਫ ਪਰਮੇਸ਼ਰ ਦਾ ਭਜਨ ਹੈ, ਵਹਿਰ ਦਾ ਨਾਮ ਹੈ। ਅਸੀਂ ਸਤਿਸੰਗ ਇੱਥੇ ਰਹਿਣ ਵਾਸਤੇ ਨਹੀਂ ਆਏ, ਇੱਥੇ ਬਹਿਣ ਵਾਸਤੇ ਨਹੀਂ ਆਏ। ਇਹ ਸਰੀਰ ਚਲਿਆ ਜਾਣਾ, ਦੁਨੀਆ ਤੋਂ ਰੋਜ਼ ਦਾ ਮੇਲਾ ਹੈ। ਜੋ ਵੀ ਸੰਸਾਰ ਤੇ ਆਇਆ ਇੱਥੋਂ ਜਾਣ ਵਾਸਤੇ ਆਇਆ, ਇੱਥੇ ਰਹਿਣ ਵਾਸਤੇ ਕੋਈ ਵੀ ਨਹੀਂ ਆਇਆ। ਗੁਰੂ ਕੀ ਸੰਗਤ ਮਾਫ ਕਰਨਾ, ਸਤਿਸੰਗ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਪ ਜਾਓ। ਜਿਹੋ ਜਿਹੇ ਕਰਮ ਕਰਦਾ ਜੀਵ, ਉਹੋ ਜਿਹੇ ਕੀਤੇ ਕਰਮਾਂ ਦੇ ਮੁਤਾਬਕ ਹਰ ਬੰਦੇ ਨੂੰ ਫਲ ਪ੍ਰਾਪਤ ਹੁੰਦਾ ਹੈ। ਗੁਰੂ ਕੀ ਸੰਗਤ ਇਹ ਮਨੁੱਖਾ ਜਨਮ ਸਾਨੂੰ ਸਿਰਫ ਤੇ ਸਿਰਫ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਮਿਲੇ। ਸਿੱਖ ਦੀ ਜ਼ਿੰਦਗੀ ਅੰਮ੍ਰਿਤ ਵੇਲੇ
ਤੇ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਵਰਗੀ ਬਾਣੀ ਜਾਂ ਨਿਤਨੇਮ ਤੋਂ ਸ਼ੁਰੂ ਹੁੰਦੀ ਹੈ। ਗੁਰੂ ਕੀ ਸੰਗਤ, ਇਹ ਮਨੁੱਖਾ ਜਨਮ ਇੱਕ ਵਾਰੀ ਜੇ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਉਂਦਾ। ਨਿਕਲੇ ਦਰਿਆਵਾਂ ਦੇ ਬਹਿ ਚੁੱਕੇ ਦਰਿਆਵਾਂ ਦੇ ਪਾਣੀ, ਨਿਕਲੇ ਕਮਾਣ ਦੇ ਵਿੱਚ ਤੀਰ ਤੇ ਨਿਕਲੇ ਜ਼ਬਾਨ ਦੇ ਬੋਲ ਤੇ ਸਾਹ ਸੰਤੁਰ ਗਈਆਂ ਤੇ ਮਰ ਗਈਆਂ ਰੂਹਾਂ, ਕਦੇ ਭਲਾ ਕਿਸੇ ਨੇ ਵਾਪਸ ਆਉਂਦੀਆਂ ਦੇਖੀਆਂ। ਗੁਰੂ ਕੀ ਸੰਗਤ ਪੁੱਛਿਆ ਸੀ ਨਾ ਭਗਤ ਕਬੀਰ ਜੀ ਦੇ ਚਰਨਾਂ ਵਿੱਚ, ਕਾਸ਼ੀ ਸਾਡੇ ਹਿੰਦੁਸਤਾਨ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਜੁਗਾ ਜਗੰਤਰਾਂ ਤੇ ਸੰਤਾਂ ਭਗਤਾਂ ਦਾ ਕੇਂਦਰ ਤੁਰਿਆ ਆ ਰਿਹਾ। ਪੁੱਛਿਆ ਸੀ ਆਪ ਜੀ ਦੇ ਚਰਨਾਂ ਵਿੱਚ ਕਿਸੇ ਮੌਕੇ ਆਪ ਜੀ ਦੇ ਸ਼ਰਧਾਲੂਆਂ ਨੂੰ ਬੇਨਤੀ ਕਰਕੇ, ਬਾਬਾ ਜੀ ਕੋਈ ਜੀਵਨ ਮੁਕਤੀ ਦਾ ਰਾਹ ਦੱਸੋ, ਕੋਈ ਜੀਵਨ ਮੁਕਤ ਦਾ ਰਾਹ ਦੱਸੋ। ਗੁਰੂ ਕੀ ਸਤ ਸੰਗਤ ਦੇ ਵਿੱਚ ਆ ਕੇ ਜੀਵਨ ਨੂੰ ਇਹਨੂੰ ਸਤ ਦੀ ਸੁਝੀ ਪੈਂਦੀ ਹੈ। ਸਤ ਕੀ ਹੈ? ਜਿਹਨੇ ਸਦਾ ਰਹਿਣਾ, ਸਦਾ ਰਹਿਣ ਵਾਲੀ ਵਸਤੂ ਜੀ ਪਰਮੇਸ਼ਰ, ਹੋਰ ਤਾਂ ਦੁਨੀਆ ਦੇ ਤੋਂ ਵਸਤੂ ਰਹਿਣ ਵਾਲੀ ਹੈ ਹੀ ਨਹੀਂ। ਐਵੇਂ ਨਹੀਂ ਹੋਈ ਫਰਮਾਉਂਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਸੀਂ ਇਹਨਾਂ ਅੱਖਾਂ ਨੂੰ ਜਿਹੜੀਆਂ ਵੀ ਚੀਜ਼ਾਂ ਨਜ਼ਰ ਆਉਂਦੀਆਂ ਹਨ ਗੁਰੂ ਕੀ ਸੰਗਤ ਉਹ ਚਰੀਆਂ ਜਾਣ ਵਾਲੀਆਂ ਹਨ। ਇਹ ਸਰੀਰ ਜਨਮ ਧਾਰਨ ਕਰੋ ਤੋਂ ਪਹਿਲਾਂ ਵੀ ਨਹੀਂ ਸੀ, ਇਹ ਮਰਨ ਤੋਂ ਬਾਅਦ ਵੀ ਨਹੀਂ ਰਹਿਣਾ। ਇਹ ਜਿਤਨੇ ਵੱਡੇ ਵੱਡੇ ਮਹਿਲ ਮਾੜੀਆਂ ਹਨ, ਘਰ ਬਾਰ ਹਨ, ਇਹ ਬੰਦ ਤੋਂ ਪਹਿਲਾਂ ਵੀ ਇੱਥੇ ਨਹੀਂ ਸਨ, ਸਮਾਂ ਆਉਣ ਤੇ ਇੱਥੇ ਨਹੀਂ ਰਹਿਣਾ। ਜਿਤਨੀ ਬਨਸਪਤੀ ਹੈ ਉਹ ਪੈਦਾ ਹੋਣ ਤੋਂ ਪਹਿਲਾਂ ਵੀ ਇੱਥੇ ਨਹੀਂ ਸੀ, ਕੋਈ ਸਮਾਂ ਆਉਣਾ ਇਹਨੂੰ ਫਿਰ ਇੱਥੇ ਨਹੀਂ ਰਹਿਣਾ। ਸਦਾ ਰਹਿਣ ਵਾਲੀ ਵਸਤੂ ਵੀ ਪਰਮੇਸ਼ਰ ਹੈ। ਗੁਰੂ ਕੀ ਸੰਗਤ, ਜਿਸ ਵਸਤੂ ਨੇ ਸਦਾ ਰਹਿਣਾ, ਐਵੇਂ ਨਹੀਂ ਕਿਹਾ ਨਾ ਉਹ ਮਰੇ ਨੂੰ ਠਾਕੇ ਜਾਏ ਜਿਨ ਕੈ ਨਾਮ ਵਸੇ ਮਨ ਮਾਹੀ। ਦੁਨੀਆ ਦੀਆਂ ਦੌਲਤਾਂ, ਦੁਨੀਆ ਦਾ ਧਨ ਗੁਰੂ ਕੀ ਸੰਗਤ ਚੋਰ ਚੋਰੀ ਚੁਰਾ ਸਕਦਾ ਹੈ, ਠੱਗ ਠੱਗੀ ਕਰਕੇ ਲਿਜਾ ਸਕਦਾ ਹੈ, ਡਾਕੂ ਡਾਕੇ ਮਾਰ ਕੇ ਲਿਜਾ ਸਕਦਾ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਨਾਮ ਧਨ ਜਿਹੜੇ ਨਾਮ ਜਪਦੇ ਨੇ, ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਇਹ ਉਹ ਧਨ ਹੈ ਅਬਨਾਸ਼ੀ ਧਨ ਹੈ, ਜਿਹਨੇ ਜੀਵਨ ਨੂੰ ਜਨਮ ਮਰਨ ਤੋਂ ਬਰੀ ਕਰਕੇ ਰੱਖ ਦੇਣਾ ਹੈ, ਯਾਨੀ ਜੀਵਨ ਮੁਕਤ ਕਰਕੇ ਗੁਰੂ ਕੀ ਸੰਗਤ ਰੱਖ ਦੇਣਾ ਹੈ। ਤੇ ਧਨ ਉਹ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ, ਠੱਗ ਠੱਗ ਨਹੀਂ ਸਕਦਾ, ਨਾ ਇਹ ਮਰਨ ਤੋਂ ਬਾਅਦ ਵੀ ਗੁਰੂ ਕੀ ਸੰਗਤ ਨਾ ਤੋਂ ਮਰੇ ਨਹੀਂ ਠਾਕੇ ਜਾਏ। ਜਿਹੜੇ ਵੈਰ ਪਰਮੇਸ਼ਰ ਦਾ ਨਾਮ ਜਪਦੇ ਨੇ, ਗੁਰੂ ਕੀ ਸੰਗਤ ਨਾਮ ਮੰਨਦੇ ਨੇ। ਅੱਜ ਜਿੱਦਣ ਵੀ ਸੰਤ ਭਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਨ, ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਖਾਲਸਾ ਜੀ ਇਹ ਮਾਫ ਕਰਨਾ ਕਰੇ ਕੋਈ ਮੋਇਆ ਨੂੰ ਯਾਦ ਕਰਦਾ, ਜਿਹੜੇ ਮਰ ਕੇ ਤੁਰ ਕੇ ਕਦੀ ਉਹਨਾਂ ਨੂੰ ਯਾਦ ਕਰਦਾ। ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਸਾਸੂ ਜਿਉਂਦੇ ਨੇ। ਜਿਉਂਦੇ ਕੌਣ? ਦੱਸਣਾ ਵੀ ਕੀਤਾ ਗੁਰੂ ਕੀ ਸੰਗਤ ਰਹਿਣ ਵਾਲਾ ਸੁਰਨਰ ਦੇਵਾ। ਪੁੱਛਿਆ ਸੀ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੂੰ ਬੇਨਤੀ ਕਰਕੇ, ਮਹਾਰਾਜ ਕੋਈ ਦੁਨੀਆ ਤੇ ਰਹੇਗਾ, ਕੋਈ ਸੰਸਾਰ ਤੇ ਰਹੇਗਾ, ਵੀ ਹਯੂਰ ਲੱਗੇਗਾ, ਰਹਿਣ ਵਾਲਾ ਕੋਈ ਵੀ ਨਹੀਂ ਹੈ। ਇੱਥੇ ਬੜੇ ਬੜੇ ਸਾਧ ਸੰਗਤ ਜੀ, ਦੇਵੀ ਦੇਵਤੇ ਆਏ ਚਲੇ ਗਏ, ਸੁਰ ਨਰ ਰਾਜੇ ਗੁਰਕਾਇਲ ਵੀ ਚਲੇ ਗਏ, ਰਹਿਣ ਪਾਵੇ ਸੁਰ ਨਰ ਦੇਵਾ, ਉਸ ਤਾਰੇ ਤੁਰ ਸੇਵਾ। ਫਿਰ ਅੱਗੇ ਪਾਤਸ਼ਾਹ ਫਰਮਾਉਂਦੇ ਹਨ ਜੀਵਤ ਵੇਖੇ ਨਿਹਾਰ ਪਿਆ, ਉਹ ਜਿਉਂਦੇ ਹਨ। ਤਰੂ ਜਿਉਂਦਾ ਕਹਿ ਦਿੰਦਾ, ਜਿਉਂਦਿਆਂ ਨੂੰ ਯਾਦ ਕੀਤਾ ਜਾਂਦਾ। ਕਬੀਰ ਜਿਉਂਦਾ, ਨਾਮ ਰਿਓ ਸਾਧ ਰਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਕੀ ਜਗਤ ਮੈਂ ਦਿਨ ਜਪਿਓ ਗੁਰਮੰਤ। ਨਾਮ ਦੇ ਵੀ ਜਿਉਂਦੇ ਹੁਣ, ਐਵੇਂ ਨਹੀਂ ਕਿਹਾ ਜੀਵਤ ਵੇਖੇ ਜੀ ਨਿਹਾਰ ਹਰ ਤੇ ਆਇਆ। ਸਾਧ ਸੰਗਤ ਨੂੰ ਦਰਸ਼ਨ ਪਾਇਆ ਗੁਰੂ ਕੀ ਸੰਗਤ। ਬਾਦਸ਼ਾਹ, ਬਾਦਸ਼ਾਹ ਤੋਂ ਵੱਡਾ ਬਾਦਸ਼ਾਹ ਦਾ ਬਾਦਸ਼ਾਹ, ਬਾਦਸ਼ਾਹ ਸ਼ਾਹ, ਬਾਦਸ਼ਾਹ ਤੋਂ ਵੱਡਾ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ। ਮਾਫ ਕਰਨੇ ਤੇ ਬਾਦਸ਼ਾਹ ਹੈ ਤੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੇ ਵਪਾਰੀ ਹੈ, ਬਿਜ਼ਨਸਮੈਨ ਹੈ। ਬਾਦਸ਼ਾਹ ਫਰਮਾਉਂਦੇ ਨੇ ਉਹ ਵੀ ਇੱਕਦਮ ਉਸਨੇ ਵੀ ਦੁਨੀਆ ਤੋਂ ਮਰ ਕੇ ਚਲਿਆ ਜਾਣਾ ਹੈ। ਜੋ ਤੀਸਰਾ ਸੁਕਾਲੇ ਕਰਨਾ, ਜੋ ਇਹਨਾਂ ਅੱਖਾਂ ਨੂੰ ਨਜ਼ਰ ਪਾਉਂਦਾ, ਉਹ ਇੱਕ ਦਿਨ ਕਾਲ ਨੇ ਕੰਨ ਤੋਂ ਫੜ ਕੇ ਲੈ ਜਾਣਾ ਹੈ। ਪਰ ਸਦਾ ਦੁਨੀਆ ਤੇ ਉਹ ਰਹਿੰਦੇ ਹਨ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ, ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਹਨ। ਤਾਂ ਆਮ ਬੰਦਾ ਤਾਂ ਕਦੇ ਸੋਚਦਾ ਹੀ ਨਹੀਂ ਹੈ, ਕਹਿ ਦੇਵੇ ਕਦੇ ਬੰਦਾ ਸੋਚਦਾ ਹੀ ਨਹੀਂ ਹੈ। ਵੈਰਵ ਦੇ ਨਾਮ ਵਿੱਚ ਇਤਨੀਆਂ ਇਤਨੀਆਂ ਸ਼ਕਤੀਆਂ, ਇਤਨੀਆਂ ਬਰਕਤਾਂ ਗੁਰੂ ਕੀ ਸੰਗਤ ਜਿਹੜੇ ਇਸ ਮਾਰਗ ਤੇ ਚੱਲਦੇ ਹਨ ਉਹ ਜਾਣਦੇ ਹਨ। ਜਿਹੜੇ ਵੈਰ ਪਰਮੇਸ਼ਰ ਦੇ ਪਿਆਰੇ ਹਨ, ਜਿਹੜੇ ਵੈਰ ਦੇ ਦੀਵਾਨੇ ਹਨ, ਜਿਹੜੇ ਵੈਰ ਪਰਮੇਸ਼ਰ ਦੇ ਗੁਰੂ ਕੀ ਸੰਗਤ ਆਸ਼ਿਕ ਹਨ, ਉਹ ਜਾਣਦੇ ਹਨ ਗੁਰੂ ਕੀ ਸੰਗਤ ਪਰਮੇਸ਼ਰ ਦੇ ਨਾਮ ਵਿੱਚ ਕਿਤਨੀਆਂ ਵੱਡੀਆਂ ਬਰਕਤਾਂ। ਐਵੇਂ ਨਹੀਂ ਸੀ ਕਿ ਭਗਤ ਰਵਿਦਾਸ ਜੀ ਨੇ ਮਾਫ ਕਰਨਾ ਦੁਨੀਆ ਦੇ ਲੋਕਾਂ ਨੂੰ ਮਾਰ ਕੇ ਹੀ ਜਾਂਦੇ ਸਨ। ਆਪਣੀ ਬਾਣੀ ਨੂੰ ਫਰਮਾਉਂਦੇ ਹਨ ਜਬਰਟਾ ਕਾਂਡ ਰਜਨੀ ਲੋਕ ਠਾਵਾ ਪਨੀ। ਕਹਿੰਦੇ ਆ ਕਿ ਮੈਨੂੰ ਤਾਂ ਜੁੱਤੀਆਂ ਗੰਢ ਦੀ ਇਜਾਜ਼ਤ ਨਹੀਂ, ਕਦੇ ਲੋਕ ਮੈਨੂੰ ਤਾਂ ਜੁੱਤੀਆਂ ਗਠਾਉਂਦੇ ਹਨ। ਅਸਲ ਵਿੱਚ ਰਵਿਦਾਸ ਜੀ ਕੋਈ ਜੁੱਤੀਆਂ ਕੱਢਣ ਵਾਸਤੇ ਨਹੀਂ ਸੀ ਆਏ। ਉਹ ਤਾਂ ਗੁਰੂ ਕੀ ਸੰਗਤ ਰੱਬ ਤੋਂ ਟੁੱਟੀਆਂ ਰੂਹਾਂ ਨੂੰ, ਪਰਮੇਸ਼ਰ ਤੋਂ ਟੁੱਟੀਆਂ
ਟੁੱਟੀਆਂ ਰੂਹਾਂ ਨੂੰ, ਪਰਮੇਸ਼ਰ ਤੋਂ ਵਿਛੜੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਆਏ ਸਨ। ਆਪ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਚਮਰਟਾ ਕਾਂਠ ਜਨਹੀ ਲੋਕ ਬਟਾਵਾ ਬਣੀ। ਕਿਸੇ ਮੌਕੇ ਆਪ ਜੀ ਨੇ ਆਪਣੇ ਸ਼ਰਧਾਲੂਆਂ ਨੂੰ, ਸਤ ਸੰਗੀਆਂ ਨੂੰ ਸੰਬੋਧਨ ਕਰਦੇ ਆਖਿਆ ਸੀ ਕੀ ਹੋ ਗਿਆ ਜੇਕਰ ਮੈਂ ਜ਼ਿਆਦਾ ਚਮਾਰ ਹਾਂ। ਕਹੋ ਕਹਿਣ ਲੱਗੇ ਕੀ ਹੋ ਗਿਆ ਜੇਕਰ ਮੈਂ ਜ਼ਿਆਦਾ ਚਮਾਰ ਹਾਂ, ਪਰ 9 ਨਦੀਆਂ 18 ਸਿੱਧੀਆਂ ਮੇਰਾ ਪਾਣੀ ਭਰਦੀਆਂ ਹਨ। ਗੁਰੂ ਕ੍ਰਿਸ਼ਨ ਸਾਹਿਬ ਅੰਤਰਜਾਮੀ ਦਾ ਨਾਮ, ਜਿਹਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ। ਪੜ੍ਹ ਕੇ ਦੇਖੋ ਸੰਗੀ ਸਾਹਿਬ ਦੀ ਅਸ਼ਟਪਦੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ, ਪ੍ਰਭੂ ਕਾ ਸਿਮਰਨ ਗਿਆਨ ਮਾਫ ਕਰਨਾ ਰਿੱਧ ਸਿੱਧ 9 ਨਿੱਧ, ਪ੍ਰਭੂ ਕਾ ਸਿਮਰਨ ਗਿਆਨ ਤੇ ਅੰਤਰ ਬੁੱਧ, ਪ੍ਰਭੂ ਕਾ ਸਿਮਰਨ ਜਪ ਤੋਂ ਪੂਜਾ, ਪ੍ਰਭੂ ਕਾ ਸਿਮਰਨ ਪੈਸਾ ਦੂਜਾ। ਗੁਰੂ ਕ੍ਰਿਸ਼ਨ ਸਾਹਿਬ ਪਰਮੇਸ਼ਰ ਦਾ ਭਜਨ, ਜਿਹਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਹਨ। ਗੁਰੂ ਕ੍ਰਿਸ਼ਨ ਜਿਹੜਾ ਬੰਦਾ ਤੁਰਦਾ ਮਨ ਕੋ ਰੱਬੀ ਸ਼ਕਤੀ ਵੱਧਦਾ ਹੈ। ਸਦਾ ਰਹਿਣ ਵਾਲੀ ਵਸਤੂ ਇੱਕ ਪਰਮੇਸ਼ਰ ਦਾ, ਇੱਕ ਪ੍ਰਭੂ ਦਾ, ਇੱਕ ਵਾਹਿਗੁਰੂ ਦਾ ਨਾਮ ਹੈ। ਆਪਾਂ ਸਾਰੇ ਚਾਹੁੰਦੇ ਹਾਂ ਸਾਡਾ ਦੁਨੀਆ ਤੇ ਨਾ ਰਹਿ ਜਾਏ, ਨਾ ਰਹਿ ਜਾਏ ਦੁਨੀਆ ਤੇ ਨਾ ਪਿੱਛੇ ਦੁਨੀਆ ਕਿੰਨੀ ਮਰਦੀ ਹੈ। ਕਹਿੰਦੇ ਵਾਹਿਗੁਰੂ ਮਾਫ ਕਰਨਾ, ਕਿੰਨੀ ਦੁਨੀਆ ਨਾਮ ਪਿੱਛੇ ਮਰਦੀ ਹੈ। ਗੁਰੂ ਕਿਸੇ ਨਾਮਾਂ ਪਿੱਛੇ ਬੜੇ ਬੜੇ ਮਰਦੇ ਦੇਖੇ ਨੂੰ 5-10 ਹਜ਼ਾਰ ਰੁਪਇਆ ਗੁਰੂ ਕਰ ਦੇ ਦਈਏ, ਜੇਕਰ ਨਾ ਨਾ ਲਈਏ ਮਤਲਬ ਲੜਾਈਆਂ ਹੋ ਜਾਂਦੀਆਂ ਨੇ, ਝਗੜੇ ਹੋ ਜਾਂਦੇ ਨੇ। ਪਰ ਗੁਰੂ ਕੀ ਸੰਗਤ ਮਰਨਾ ਨਾਮ ਪਿੱਛੇ ਹੈ, ਆਪਣੇ ਨਾਮ ਪਿੱਛੇ ਨਹੀਂ ਮਰਨਾ। ਸਿੱਖ ਨੇ ਤਾਂ ਗੁਰੂ ਦੇ ਨਾਮ ਪਿੱਛੇ ਮਰਨਾ ਹੈ। ਕਹਿ ਦਿੱਤਾ ਗੁਰੂ ਦੇ ਨਾਮ ਪਿੱਛੇ ਮਰਨਾ ਹੈ। ਆਖਾਂ ਡੀਵਾਂ ਬਿਸਰੇ ਮਰ ਜਾਓ, ਆਖਣੀ ਔਖਾ ਸਾਚਾ ਨਾਓ। ਗੁਰੂ ਸਿੱਖ ਤਾਂ ਕਹਿੰਦਾ, ਸਿੱਖ ਦੇ ਮਨ ਦੀ ਅਵਸਥਾ ਨੂੰ ਬਿਆਨ ਕੀਤਾ। ਹੋਰ ਕੀ ਕੀਤਾ? ਦੁੱਧ ਖਾ ਕੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ। ਮੇਰਾ ਸਿੱਖ ਕਦੇ ਵੀ ਆਪਣੀ ਪ੍ਰਭੁਤਾ ਚ ਨਹੀਂ ਪੈਂਦਾ। ਮਾਫ ਕਰਨਾ ਗੁਰੂ ਕੀ ਆਪਣੀ ਵਡਿਆਈ ਵਿੱਚ ਕਦੇ ਵੀ ਸਿੱਖ ਨਹੀਂ ਪੈਂਦਾ। ਦਸ਼ਮੇਸ਼ ਜੀ ਨੇ ਗੁਰੂ ਨਾਨਕ ਜੀ ਦੇ ਘਰ ਦੇ ਵਿੱਚ ਗੁਰੂ ਕੀ ਸਿੱਖ ਨੂੰ ਵਡਿਆਈ ਦਿੱਤੀ ਗਈ ਹੈ। ਦਸ਼ਮੇਸ਼ ਜੀ ਨੇ ਜਦ ਪਹੁੰਚੇ ਭੰਗਾਣੀ ਦਾ ਜੰਗ ਜਿੱਤਿਆ, ਮਾਫ ਕਰਨਾ ਗੁਰੂ ਕੀ ਸੰਗਤ, ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪਾਂ ਪਹੁੰਚੇ ਭੰਗਾਣੀ ਦਾ ਜੰਗ ਜਿੱਤ ਕੇ ਬਜ਼ੁਰਗ ਹੀ ਲੱਗੇ ਕਹਿਣ ਲੱਗੇ ਕਿਰਪਾ ਅਕਾਲ ਕੀਰੀ ਭਈ ਜੀਤ ਮੇਰੀ। ਇਹ ਤਾਂ ਬਹਿਣ ਦੀ ਕਿਰਪਾ ਸਿੱਖੋ, ਮੇਰੀ ਜਿੱਤ ਹੋ ਗਈ। ਕਹਿ ਦੇ ਕਿਤੇ ਵੀ ਆਪਣੇ ਆਪ ਨੂੰ ਜਨਾਇਆ, ਇਨੀ ਕੇ ਸਜੇ ਮਾਫ ਕਰਨਾ, ਇਨੀ ਕੀ ਕਿਰਪਾ ਕੇ ਸਜੇ ਹਮ ਹੈ। ਕਿੱਡੀ ਵੱਡੀ ਗੱਲ ਹੈ। ਕਹਿ ਦੇ ਕਰੋੜਾਂ ਸ਼ਕਤੀਆਂ ਦੇ ਮਾਲ, ਕਰੋੜਾਂ ਸ਼ਕਤੀਆਂ ਕੀ 314 ਭਵਨ ਦਸ਼ਮੇਸ਼ ਜੀ ਦੇ ਚਰਨਾਂ ਦੇ ਵਿੱਚ ਝੁਕਦੇ ਸਨ। ਸਰਵ ਸ਼ਕਤੀਮਾਨ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਹਨ, ਕਹਿੰਦੇ ਇਹਨਾਂ ਸਿੱਖਾਂ ਦੀ ਕਿਰਪਾ ਕਰਕੇ ਮੈਂ ਜੰਗ ਲੜੇ, ਇਹਨਾਂ ਸਿੱਖਾਂ ਦੀ ਕਿਰਪਾ ਕਰਕੇ ਮੇਰਾ ਦੁਨੀਆ ਪ੍ਰਤਾਪ ਵਧਿਆ, ਇਹਨਾਂ ਸਿੱਖਾਂ ਦੀ ਕਿਰਪਾ ਕਰਕੇ ਮਾਫ ਕਰਨਾ ਗੁਰੂ ਕ੍ਰਿਸ਼ਨ ਨੂੰ ਮੈਂ ਪੰਥ ਸਾਜਿਆ, ਇਹਨਾਂ ਕਿਰਪਾ ਸਿੱਖਾਂ ਦੀ ਕਿਰਪਾ ਕਰਕੇ ਮੈਂ ਦੁਨੀਆ ਦੇ ਵਿੱਚ ਅੱਗੇ ਵਧਣ ਜੋਗਾ ਹੋਇਆ। ਇਨੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਉਹ ਸੋ ਗਰੀਬ ਕਰੋੜ ਪਰੇ। ਨਹੀਂ ਤੇ ਮੇਰੇ ਵਰਗੇ ਗਰੀਬ ਤਾਂ ਕਰੋੜਾਂ ਤੁਰੇ ਫਿਰਦੇ ਹਨ। ਕਹਿੰਦੇ ਨਹੀਂ ਤਾਂ ਮੇਰੇ ਵਰਗੇ ਗਰੀਬ ਤਾਂ ਕਰੋੜਾਂ ਤੁਰੇ ਫਿਰਦੇ ਹਨ। ਸਿੱਖ ਆਪਣਾ ਆਪਾ ਨਹੀਂ ਜਣਾਉਂਦਾ, ਸਿੱਖ ਆਪਣਾ ਆਪਾ ਗਵਾਉਂਦਾ। ਕਹਿੰਦੇ ਸਿੱਖ ਆਪਣਾ ਆਪਾ ਗਵਾਉਂਦਾ, ਆਪਣਾ ਆਪਾ ਨਹੀਂ ਜਣਾਉਂਦਾ। ਆਪ ਗਵਾਈਏ ਤਾਂ ਸਭ ਪਾਈਏ, ਅਮਰ ਕੈਸੀ ਜਿਤ ਰਾਈ। ਮਾਫ ਕਰਨਾ ਗੁਰੂ ਕੀ ਸੁਣ ਆਪਣਾ ਆਪਾ ਗਵਾਉਂਦਾ। ਜਿੱਥੇ ਸਾਸੂ ਸਿਆਣਪ ਹੈ ਉੱਥੇ ਸੌ ਨਹੀਂ, ਜਿੱਥੇ ਸੌ ਹੈ ਉੱਥੇ ਸਿਆਣਪ ਨਹੀਂ ਹੈ। ਐਵੇਂ ਨਹੀਂ ਕਿਹਾ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਮ ਸਚਿਆਰਾ ਹੋਈ ਹੈ ਕਿਮ ਕੂੜ ਹੈ, ਟੁੱਟੈ ਪਾਗ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ। ਸੰਤ ਜੀ ਮਹਾਰਾਜ ਸੰਤ ਬਾਬਾ ਆਕਰ ਸਿੰਘ ਮਸਤ ਬਣੇ ਮਹਾਂਪੁਰਖ। ਮਾਫ ਕਰਨਾ ਗੁਰੂ ਕੀ ਅੰਗਰੇਜ਼ ਦਾ ਰਾਜ ਸੀ। ਮਾਫ ਕਰਨਾ ਅੰਗਰੇਜ਼ ਦੇ ਰਾਜ ਵਿੱਚ 360 ਗੁਰਦੁਆਰਾ ਬਣਾਇਆ। ਸਾਧ ਸੰਗਤ ਜੀ 40 ਕਾਲਜ, 700 ਛੋਟੇ ਵੱਡੇ ਸਕੂਲ ਬਣਾਏ। 19.5 ਲੱਖ ਗੁਰੂਆਂ ਸੰਤਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜਿਆ। ਪਰ ਖਾਲਸਾ ਦੀ ਗਰੀਬੀ ਮਨ ਵਿੱਚ ਕਿੰਨੀ, ਕਿਸੇ ਸਮੇਂ ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਤਾਂ ਲੱਖਾਂ ਜੀਵਾਂ ਨੂੰ ਉਮਰ ਛਕਾਤਾ। ਬਾਬਾ ਜੀ ਇਤਨੇ ਗੁਰਦੁਆਰੇ ਬਣਾ ਦਿੱਤੇ, ਇਤਨੇ ਸਕੂਲ, ਇਤਨੇ ਕਾਲਜ ਬਣਾ ਦਿੱਤੇ, ਇੰਨੀਆਂ ਸੰਗਤਾਂ ਨੂੰ ਉਮਰ ਛਕਾਤਾ, ਇੰਨੀ ਦੁਨੀਆ ਦਾ ਭਲਾ ਕਰ ਦਿੱਤਾ। ਜਦੋਂ ਇਹ ਗੱਲ ਕਹੀ, ਮਹਾਂਪੁਰਖ ਸੰਤ ਆਕਰ ਸਿੰਘ ਮਹਾਰਾਜ ਮਸਤਨ ਬਾਬਾ ਜੀ ਅੱਗੇ ਕਿ ਭਾਈ ਹੋ ਗਿਆ ਉਹਨਾਂ ਦੁਨੀਆ ਦਾ ਭਲਾ ਦਾ ਪਤਾ ਨਹੀਂ, ਇਹ ਤਾਂ ਗੁਰੂ ਹੀ ਜਾਣਦਾ ਹੈ। ਕਰਸਾ ਜੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ। ਮੇਰਾ ਗੁਰੂ ਕੀ ਸੰਗਤ ਜਿਸ ਦਰਖਤ ਤੇ ਫਲ ਲੱਗਦੇ ਹਨ ਉਹਦੀਆਂ ਟਾਹਣੀਆਂ ਚੁੱਕਦੀਆਂ ਜਾਂਦੀਆਂ ਹਨ। ਜਿੰਨੇ ਜਿੰਨੇ ਫਲ ਵੱਡੇ ਹੁੰਦੇ ਨੇ, ਮਾਫ ਕਰਨਾ
गुरु की संगत ਉਹਦੀਆਂ ਟਾਹਣੀਆਂ ਵੀ ਕੋਲੀਆਂ ਚੁੱਕਦੀਆਂ ਜਾਂਦੀਆਂ ਹਨ। ਇਸ ਕਰਕੇ ਜਿਸ ਤੇ ਜਿਤਨੀ ਕਿਰਪਾ ਹੁੰਦੀ ਹੈ ਉਹਦਾ ਮਨ ਹੋਰ ਨੀਵਾਂ ਹੁੰਦਾ ਜਾਂਦਾ। ਉਹ ਤੇ ਕਹਿੰਦੇ ਨਾ ਪੜ੍ਹਦੇ ਸਿੱਖਾਂ ਦਾ ਮਨ ਨੀਵਾਂ, ਕਹਿੰਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ। ਸਿੱਖਾਂ ਦਾ ਮਨ ਪੜ੍ਹ ਕੇ ਦੇਖੀਏ ਪੁਰਾਣੇ ਸਿੱਖਾਂ ਦਾ ਜੀਵਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਕਹਾਵਤ ਮਸ਼ਹੂਰ ਹੋ ਗਈ ਸੀ ਖਾਲਸਾ ਜੀ ਮਹਿਮੀ ਦੁਨੀਆ ਅੱਜ ਯਾਦ ਕਰਦੀ 40 ਵਰੇ ਰਾਜ ਕੀਤਾ ਖਾਲਸਾ ਜੀ। ਉਹਦੇ 40 ਵਰੇ ਦੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ। ਕਹਾਵਤ ਮਸ਼ਹੂਰ ਹੋ ਗਈ ਸੀ ਖਾਲਸਾ ਜੀ ਜਿਹੜੇ ਨਾਮ ਜਪਣਗੇ, ਜਿਹੜੇ ਭਜਨ ਕਰਨਗੇ, ਇੱਕ ਗੱਲ ਨਾ ਕਦੇ ਭੁੱਲਣਾ, ਕਹਿੰਦੇ ਵਾਹਿਗੁਰੂ ਜਿਹੜਾ ਬੰਦਾ ਨਾਮ ਜਪਦਾ ਹੈ, ਜਿਹੜਾ ਭਜਨ ਕਰਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਸੇਵਾ ਕਰਦਾ ਹੈ, ਵਡਿਆਈ ਤਾਂ ਉਹਦੀ ਆਪਣੇ ਆਪ ਹੋ ਜਾਂਦੀ। ਕਹਿੰਦੇ ਵਾਹਿਗੁਰੂ ਜਦ ਸੂਰਜ ਨਿਕਲਦਾ ਪਤਾ ਤਾਂ ਆਪਣੇ ਆਪ ਹੀ ਲੱਗ ਜਾਂਦਾ ਵੀ ਸੂਰਜ ਨਿਕਲ ਗਿਆ। ਪਬਲਿਸਿਟੀ ਕਰਨ ਦੀ ਕੀ ਲੋੜ ਹੈ? ਕਿਸੇ ਨੂੰ ਕਹਿਣ ਦੀ ਲੋੜ ਹੈ ਕਿ ਸੂਰਜ ਨਿਕਲ ਪਿਆ, ਕਿਸੇ ਨੂੰ ਕਹਿਣ ਦੀ ਲੋੜ ਹੈ ਕਿ ਸੂਰਜ ਚੜ੍ਹ ਪਿਆ। ਜੈਸਾ ਕੁਝ ਇਸੇ ਤਰ੍ਹਾਂ ਜਿਹੜਾ ਬੰਦਾ ਨਾਮ ਜਪਦਾ, ਜਿਹੜਾ ਬੰਦਾ ਭਜਨ ਕਰਦਾ, ਜਿਹੜਾ ਬੰਦਾ ਸਿਮਰਨ ਕਰਦਾ, ਉਹ ਗੁਰੂ ਕੀ ਸੰਗਤ ਦੇ ਨਾਮ ਜਪ ਕੇ ਨਾਮ ਦੇ ਜਪਣ ਵਾਲਾ ਪ੍ਰਗਟ ਨਾ ਹੋਇਆ। ਫਿਰ ਨਾਮ ਵੀ ਕੀ ਹੋਇਆ? ਨਾਮ ਨੇ ਪ੍ਰਗਟ ਕਰਨਾ ਹਰ ਸਿਮਰਨ ਕਰ। ਪੜੋ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿਹੜੇ ਵਹਿਬ ਦਾ ਸਮਾਰਾ, ਜਿਹਨੇ ਵਹਿਬ ਦਾ ਸਿਮਰਨ ਹੋਇਆ, ਜਿਹਨੇ ਬੜੇ ਬੜੇ ਭਗਤ ਪੈਦਾ ਪ੍ਰਗਟ ਕਰਦੇ। ਕਬੀਰ ਨੂੰ ਕਿਹਨੇ ਪ੍ਰਗਟ ਕੀਤਾ? ਨਾਮ ਨੇ। ਰਵਿਦਾਸ ਨੂੰ ਕਿਹਨੇ ਪ੍ਰਗਟ ਕੀਤਾ? ਨਾਮ ਨੇ। ਧਰੂਵ ਨੂੰ ਕਿਹਨੇ ਪ੍ਰਗਟ ਕੀਤਾ? ਨਾਮ ਨੇ। ਰਾਜੇ ਜਨਕ ਨੂੰ, ਰਾਜੇ ਬੜੇ ਹੋਣਗੇ ਉਸ ਜ਼ਮਾਨੇ ਵਿੱਚ, ਪਰ ਰਾਜੇ ਜਨਕ ਨੂੰ ਕਿਹਨੇ ਪ੍ਰਗਟ ਕੀਤਾ? ਨਾਮ ਨੇ। ਭਗਤਾਂ ਵਿੱਚ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ ਖੜ ਸਤੀ। ਗਿਆ ਸੀ ਨਾ, ਮਾਫ ਕਰਨਾ, ਕੋਈ ਸੰਤ ਮਾਰ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਈ ਪ੍ਰੇਮੀ ਮਹਾਤਮਾ ਗਿਆ, ਜਾ ਕੇ ਨਮਸਕਾਰ ਕੀਤੀ, ਦੋਵੇਂ ਜੁੜ ਕੇ ਖੜਾ ਹੋ ਗਿਆ। ਸੰਤ ਲੱਗੇ ਕਿ ਆਪ ਵੀ ਪ੍ਰੇਮੀ ਕਿਵੇਂ ਆਏ? ਕਹਿੰਦਾ ਬਾਬਾ ਜੀ 20 ਸਾਲ ਹੋ ਗਏ ਤਪੱਸਿਆ ਕੀਤੀ, ਮੈਂ ਬੜੀ ਤਪੱਸਿਆ ਕੀਤੀ, ਮੈਂ ਬੜਾ ਨਾਮ ਜਪਿਆ, ਗੁਰੂ ਕੀ ਸੰਗਤ। ਬਾਬਾ ਜੀ ਮੇਰਾ ਮਨ ਨਹੀਂ ਸ਼ਾਂਤ ਰਹਿੰਦਾ, ਮੈਂ ਬੜਾ ਨਾਮ ਜਪਿਆ, ਬੜੀ ਭਗਤੀ ਕੀਤੀ। ਮਹਾਂਪੁਰਖ ਲੱਗੇ ਕਹਿਣ ਲੱਗੇ ਭਾਈ ਨਾਮ ਤੂੰ ਜਪੇ? ਕਹਿੰਦਾ ਬਾਬਾ ਜੀ ਮੈਂ ਬੜਾ ਨਾਮ ਜਪਿਆ, ਬਾਬਾ ਜੀ ਮੈਂ ਬੜੀ ਭਗਤੀ ਕੀਤੀ, ਬਾਬਾ ਜੀ ਮੈਂ ਬੜਾ ਸਿਮਰਨ ਕੀਤਾ, ਬਾਬਾ ਜੀ ਮੈਂ ਝੂਠ ਨਹੀਂ ਬੋਲਦਾ, ਮੈਂ 20 ਸਾਲ ਤਪੱਸਿਆ ਕੀਤੀ, ਮੇਰਾ ਮਨ ਸ਼ਾਂਤ ਨਹੀਂ ਹੁੰਦਾ। ਮੈਂ ਸੁਣਿਆ ਸੀ ਨਾਮ ਜਪ ਕੇ ਸ਼ਾਂਤੀ ਮਿਲਦੀ, ਨਾਮ ਜਪ ਕੇ ਮਨ ਦੀ ਸ਼ਾਂਤੀ ਮਿਲਦੀ, ਪੀਸ ਆਫ ਮਾਈਂਡ ਮਿਲਦੀ ਆ। ਬਾਬਾ ਜੀ ਮੇਰਾ ਮਨ ਸ਼ਾਂਤ ਨਹੀਂ ਹੋਇਆ। ਸੰਤ ਲੱਗੇ ਕਹਿਣ ਬਈ ਤੂੰ ਨਾਮ ਨਹੀਂ ਜਪਿਆ? ਬਾਬਾ ਜੀ ਕਮਾਲ ਦੀ ਗੱਲ, ਮੈਂ 20 ਸਾਲ ਨਾਮ ਜਪਿਆ, ਮੈਂ 20 ਸਾਲ ਭਗਤੀ ਕੀਤੀ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਲੱਗੇ ਕਹਿਣ ਪ੍ਰੇਮੀਆਂ 20 ਸਾਲਾਂ ਦੇ ਵਿੱਚ ਇੱਕ ਮੈਂ ਨਹੀਂ ਛੱਡੇਗੀ ਭਜਨ ਕੀ ਕੀਤਾ ਖਾਕ। ਭਜਨ ਕੀ ਕੀਤਾ ਖਾਕ? ਨਾਮ ਤਾਂ ਇਸੇ ਕਰਕੇ ਜਪਣਾ, ਮੈਂ ਮਰ ਜਾਏ, ਮੈਂ ਮਰ ਜਾਏ, ਮੇਰੀ ਮਰ ਜਾਏ, ਜਦ ਤੱਕ ਮੇਰੀ ਮੇਰੀ ਕਰੇ। ਹੋਰ ਇਹ ਗੱਲਾਂ ਕਿੱਥੋਂ ਮਿਲਦੀਆਂ ਨੇ? ਸਤ ਸੰਗਤ ਵਿੱਚੋਂ ਮਿਲਦੀਆਂ ਹਨ। ਕਹਿ ਦੇ ਵਾਹਿਗੁਰੂ जब तक मेरी मेरी करे तब तक काज केश न सरे, जब मेरी मेरी मिट जाए तब काज सवारे आए। जब मेरी मेरी जिथे मेरी है उथे मालिक नहीं है। ऐवें नहीं भगता ने कहा कबीर मेरा मुझ में किश नहीं, जो किछ है सो तेरा, तेरा तुझको सौंप दे क्या लाके मेरा। शेरे पंजाब महाराजा रणजीत सिंह वर्गे कहावत मशहूर हो गई सी, शेरे पंजाब हीरा है। कहते वाहिगुरू शेरे पंजाब को कहने लग पिया सी, शेरे पंजाब महाराजा रणजीत सिंह एक लाल है। कोई कह लग पिया सी नहीं, हीरा ते लाल जी ने शेरे पंजाब महाराजा रणजीत सिंह एक पार्स है। पार्स पार्स तो किहो जा पार्स सी? शेरे पंजाब की पार्स है। पार्स माफ करना गुरु की सिंह ऐवें नहीं 40 वरे राज किया। खालसा दी श्री हरमंदर साहब तो खालसा दी लाहौर शेरे पंजाब महाराजा रणजीत सिंह का दारुल खिलाफा सी, ਉਹਦੀ ਰਾਜਧਾਨੀ ਕਹਿ ਲਓ। ਸ਼ੇਰੇ ਪੰਜਾਬ ਦਾ ਦਾरुल खिलाफा ਸੀ ਜਾਂ ਉਹਦੀ ਰਾਜਧਾਨੀ ਸੀ। ਗੁਰੂ ਕੀ ਸੰਗਤ ਲਾਹੌਰ ਹਰਮੰਦਰ ਸਾਹਿਬ ਤੋਂ 20 ਕੋਹ ਦੀ ਦੂਰੀ ਤੇ ਪੈਂਦਾ ਨਿੱਤਾ ਪ੍ਰਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ ਹੋ ਕੇ ਖਾਲਸਾ ਜੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦਾ ਸੀ। ਖਾਲਸਾ ਜੀ ਐਡੀ ਵੱਡੀ ਸ਼ਰਧਾ, ਜੇ ਜੰਗ ਲੜਨ ਵਾਸਤੇ ਗਿਆ ਤਾਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਗਿਆ, ਜੇ ਜੰਗ ਜਿੱਤ ਕੇ ਆਇਆ ਤੇ ਆ ਕੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕਿਆ। ਗੁਰੂ ਕੀ ਸੰਗਤ ਲੋਕੀ ਕਹਿਣ ਲੱਗ ਪਏ ਸਨ, ਜਿਹੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਪਾਰਸ ਹੈ।
फारस अठां तातां नूं सोना बना के रख दिंदा है। कहते ने सर्दी की रुत सी, पोह दा महीना सी, एक कोई माता गुरु की संगत घर विच बड़ी गरीबी है, सर्दी की रुत है, इतनी गरीबी माई के घर दे विच माई ने सोचिया कि लोग कहते हैं शेरे पंजाब को पारस है, पारस के नाल जिहड़ी भी वस्तु लोहा टच कर दे माफ करना, जां पारसा लोहे नूं छूजे जां टच कर दे, जां कांसी नूं जां तांबे नूं जां गुरु की संगत चांदी नूं जां किसी पित्तल वर्गी धातु नूं जे पारस टच कर दे छू प्राप्त हो जाए, जिहड़ा पारस अठां धातां नूं सोना बना के रख दिंदा। गुरु की माई ने सोचिया, क्योंकि कहते शेरे पंजाब एक पारस खब्बे सज्जे घर च हथ मारे, इहो जिहे सिख हुंदे सन। कलगीधर पातशाह जी दे हरमंदर साहब दे विचों जिहड़ा अमृत वेले दा हुक्मनामा निकलदा सी, उस हुक्मनामे दा शेरे पंजाब महाराजा रणजीत सिंह सारा दिन जाप करता सी। खालसा जी गुरु रामदास नूं साथ संजारा जुर है कि हाजरा हजूर है, हाजर नाजर हमेशा समझदा सी। पर गुरु की संगत कल झाती मार के देखिए साडा जीवन किहड़े पासे तुरिया जांदा है। जीवन कोई गल्लां नहीं बनता, जीवन बनता नितनेम, जीवन बनता पानी पढ़ के, जीवन बनता नाम जप के, नीम जीवन बनता सेवा करके, नीम जीवन बनता गुरु की संगत गरीबी धारण करके, मन की गरीबी धारण करके। पर गुरु की संगत जरा ध्यान देना पवेगा। माई ने सोचा कि शेरे पंजाब लोग कहते पारसा, पता लगा अज शेरे पंजाब लाहौर तो उसकी राजधानी सी, लाहौर के बयार के विचों दी पता लगा माई नूं कि घोड़े से सवार होके अज शेरे पंजाब ने अमके समय से गुजरना है। माई ने घर दे विच खब्बे सज्जे हथ मारिया, कोई लोहे की वस्तु मिले, कोई लोहे का कपड़ा मिले, शेरे पंजाब के शरीर में टच करके टच करा जा सुहावा, और लोहे का टुकड़ा सत्संग जी सोने का हो जाए। खैर किसी घर च गरीबी इन्नी है, खब्बे सज्जे हथ मारिया, कोई लोहे का टुकड़ा नहीं मिलता। गुरु की समाई आ जिहदे असीं आ रोटियां वगैरह पकाउंदे हैं, की कहते हैं आ तवा, एक रोटियां पकाउण वाला तवा। जदों घर दे विच कोई लोहे का टुकड़ा ना मिलिया, माई ने सत्संग की सर्दी की रुत सी, शौर या लोई वगैरह की बुकड़ मारी सी, और तवा लैके गुरु की बुकड़ दे विच तुर पैंदी है। अगे शेरे पंजाब की संगत घोड़े पर सवार होके आ रहे, खब्बे सज्जे सिपाही गनमैन पैरे ते खड़े हैं। गुरु की समाई अगे बढ़ती है, बड़ा रश है, बड़ी भीड़ है। जब माई अगे बढ़ती है तो लोग रोकते हैं, माता कौन है, पिछे आए। सिपाही ने कहा पिछे चल, कौन है? खालसा जी माफ करना, गुरु की संगत सिख ते सिखी दा कदरदान शेरे पंजाब महाराजा रणजीत सिंह। अज तो सिख नूं सिख फतेह बना के राजी कह देते, और कदे सिख सिख गुरमत का सिखाउंदी प्यार, बाणी का सिखाउंदी प्यार, ज्योति से गुर सिखड़ा सनेम लागा पाए जियो, आखा दसा जी की गुर सजन दियो मलाए जियो। बाणी तो वंडदी प्यार है, आए मिल गुर सिख आए मिल तू मेरे गुर के प्यारे। कदे सिख दे हथ सिख दे पैरों ते जांदे सन, कदे सिख दे हथ सिख दे अगे जुड़दे सन। अज सिख दे हथ माफ करना चाहता सिख दा दड़ा फड़ते जाते हैं ते जां पग लाउण ते जाते हैं। तुसीं मैथों ज्यादा जानदे हो, असीं गुरमत तो किन्नी दूर हो गए। खालसा जी पुरातन सिखां दे विच प्यार सी, पुरातन सिखां दे विच प्रेम सी। गुरु की संखाई मेरे गुर सिख आए मिल तू मेरे गुर के प्यारे। माफ करना कहते ने खालसा जी सिपाहियों ने रुकिया, आख्या महाराज चल कौन है, तू किधर आई है? आख्या पुत्रो, आख्या भी पुत सिपाही माई कहती कि पुत मैं शेरे पंजाब में मिलना। ओ सिपाही लगा कर माता तू शेरे पंजाब में नहीं मिल सकती, चल पीछे हट। माई गुरु की संगत पीछे माई को तकिया गया, पीछे किया गया। शेरे पंजाब महाराजा रणजीत सिंह की नजर पै गई, आखे किसी पर बेदारी का कनल सी कह दो साडियां अखां दो ने वेखदे भी दुखदा द्वेष नाल आ मेरा है, ये अपना है, ये बेगाना है। पर गुरबाणी कहती फिसर गई सुस्तात बराई, जब ते साथ संगत मोहे पाई ना को बैरी। नहीं बेगाना सगल सग हमको बनी आई। गुरु की संगत माफ करना, जरा ध्यान देना पवेगा। कहता शेरे पंजाब की नजर पई, जिस माई ते नजर पई, जिस सिपाहियों ने माई पिछे पीता जां पिछे तकिया, शेरे पंजाब की नजर पई। आख्या सिपाहियों क्यों रोकदे माता नूं?
ਇਹਨੂੰ ਅੱਗੇ ਆਉਣ ਦਿਓ। ਗੁਰੂ ਕੀ ਸਿੰਘ ਮਾਈ ਅੱਗੇ ਵਧੀ। ਖਾਲਸਾ ਜੀ ਸ਼ੇਰ ਪੰਜਾਬ ਘੋੜੇ ਤੇ ਸਵਾਰ ਸੀ। ਅੱਗੇ ਵਧ ਕੇ ਮਾਈ ਨੇ ਬੁੱਕਲ ਦੇ ਵਿੱਚ ਤਵਾ ਕੱਢਿਆ ਤੇ ਸ਼ੇਰੇ ਪੰਜਾਬ ਦੀਆਂ ਲੱਤਾਂ ਦੇ ਤਵਾ ਘਸਾਉਣਾ ਸ਼ੁਰੂ ਕੀਤਾ। ਖਾਲਸਾ ਜੀ ਉਹ ਕਿਹੋ ਜਿਹਾ ਪਾਠ ਸੀ। ਜਦੋਂ ਮਾਈ ਨੇ ਸ਼ੇਰੇ ਪੰਜਾਬ ਦੀਆਂ ਲੱਤਾਂ ਨੂੰ ਗੁਰੂ ਕੀ ਸਿੰਘ ਤੋਂ ਤਵਾ ਘਸਾਉਣਾ ਸ਼ੁਰੂ ਕੀਤਾ, ਸੱਜੀ ਲੱਤ ਨਾਲ ਕਿਹਨੂੰ ਤਵਾ ਘਸਾਇਆ, 1 2 3 ਵਾਰੀ ਘਸਾਇਆ, ਪਿੱਛੇ ਕਰਕੇ ਵੇਖਿਆ ਕਿ ਇਹ ਸੋਨਾ ਬਣ ਗਿਆ। ਹੁਣ ਕਹਿ ਗੁਰੂ ਕੀ ਸਿੰਘ ਲੋਹੇ ਦਾ ਹੀ ਹੈ। ਮਾਈ ਸੋਚਦੀ ਵੀ ਸ਼ਾਇਦ ਤਵੇ ਨੂੰ ਘੱਟ ਘਸਾਇਆ ਗਿਆ, ਮਾਫ ਕਰਨਾ। ਮਾਈ ਨੇ ਫਿਰ ਤਵਾ ਅੱਗੇ ਕੀਤਾ ਤੇ ਸ਼ੇਰੇ ਪੰਜਾਬ ਦੇ ਨੂੰ ਸੱਜੀ ਲੱਤ ਦੇ ਨਾਲ ਲੱਗੀ ਤਵੇ ਨੂੰ ਘਸਾਉਣ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਪਈ। ਆਖਿਆ ਮਾਤਾ ਇਹ ਤੂੰ ਕਰ ਕੀ ਰਹੀ ਹੈ? ਪਹਿਲਾਂ ਵੀ ਤਵੇ ਨੂੰ ਮਾਫ ਕਰਨਾ, ਮੇਰੇ ਪੈਰ ਨਾਲ ਘਸਾਇਆ, ਹੁਣ ਫਿਰ ਘਸਾ ਰਹੀ ਹੈ। ਮਾਈ ਨੇ ਆਖਿਆ ਵੀ ਪੁੱਤ ਪੁੱਤ ਮਾਫ ਕਰਨਾ, ਭਾਵੇਂ ਘਰ ਵਿੱਚ ਗਰੀਬੀ ਹੈ ਪਰ ਤੇਰੇ ਰਾਜ ਦੇ ਵਿੱਚ ਸਵਰਗਾਂ ਵਰਗੇ ਸੁੱਖ ਭੋਗ ਰਹੇ ਹਾਂ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਨਸਾਫ ਬੜਾ ਸੀ। ਆਖਿਆ ਪੁੱਤਰ ਇਨਸਾਫ ਬੜਾ, ਪਰ ਭਾਵੇਂ ਗਰੀਬੀ ਹੈ ਫਿਰ ਵੀ ਗਰੀਬੀ ਵਿੱਚ ਸੁੱਖਾਂ ਰਾਜ ਸਵਰਗਾਂ ਵਰਗੇ ਸੁੱਖ ਭੋਗ ਰਹੇ। ਮਹਾਰਾਜ ਮੈਂ ਸੁਣਿਆ ਸੀ ਕਿ ਲੋਕੀ ਕਹਿੰਦੇ ਆ ਸ਼ੇਰੇ ਪੰਜਾਬ ਨੂੰ ਪਾਤਸ਼ਾਹ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ। ਮਹਾਰਾਜ ਮੈਂ ਕੋਸ਼ਿਸ਼ ਕੀਤੀ ਘਰ 'ਚ ਕੋਈ ਲੋਹੇ ਦਾ ਟੁਕੜਾ ਮਿਲ ਜੇ, ਉਸ ਲੋਹੇ ਦੇ ਟੁਕੜੇ ਨੂੰ ਲੈ ਕੇ ਸ਼ੇਰੇ ਪੰਜਾਬ ਦੇ ਸਰੀਰ ਦੇ ਕਿਸੇ ਹਿੱਸੇ ਨਾਲ ਸ਼ਾਮਾਂ ਉਹ ਸੋਨਾ ਬਣ ਜੇ। ਕੁਝ ਦਿਨ ਜ਼ਿੰਦਗੀ ਦੇ ਅਸੀਂ ਵੀ ਚੰਗੇ ਗੁਜ਼ਾਰ ਲਈਏ, ਮਰ ਲੋਹੇ ਦਾ ਟੁਕੜਾ ਤਾਂ ਨਹੀਂ ਮਿਲਿਆ। ਤਵਾ ਸੀ ਘਰ ਰੋਜ਼ ਰੋਟੀਆਂ ਪਕਾਉਂਦੇ ਹਾਂ, ਤਵਾ ਲੈ ਕੇ ਆਈ ਹਾਂ, ਤੁਹਾਡੇ ਪੈਰ ਨੂੰ ਘਸਾਇਆ ਵੀ ਇਹ ਸੋਨਾ ਬਣ ਜੇ। ਮਰ ਇੱਕ ਵਾਰੀ ਘਸਾਇਆ, ਮੈਂ ਸੋਚਿਆ ਯਾਰ ਕੋਈ ਕਸਰ ਰਹਿ ਗਈ ਹੋਣੀ ਹੈ। ਦੂਜੀ ਵਾਰੀ ਜਦ ਘਸਾਇਆ ਮਹਾਰਾਜ ਮੈਂ ਦੇਖਿਆ ਵੀ ਇਹ ਵੀ ਲੋਹਾ। ਗੁਰੂ ਕੀ ਸਿੰਘ ਸ਼ੇਰੇ ਪੰਜਾਬ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ। ਆਖਿਆ ਮਾਤਾ ਕੋਈ ਪਾਰਸ ਕਹਿੰਦਾ, ਕੋਈ ਹੀਰਾ ਕਹਿੰਦਾ, ਕੋਈ ਲਾਲ ਕਹਿੰਦਾ, ਇਹ ਤਾਂ ਮੇਰੀ ਪ੍ਰਜਾ ਦਾ ਵੱਡਪਣ ਹੈ। ਮੈਂ ਤਾਂ ਗਰੀਬ ਜਿਹਾ, ਮੈਂ ਤਾਂ ਗਰੀਬ ਜਿਹਾ ਆਪਣੀ ਪ੍ਰਜਾ ਦਾ ਸੇਵਕ ਹਾਂ। ਆਖਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਜ਼ਾਨਾ ਮੰਤਰੀ ਨੂੰ ਐਡ ਕਰੋ, ਮਾਈ ਦੇ ਪਾਸੋਂ ਤਵਾ ਲੈ ਕੇ ਤਵੇ ਦੇ ਬਰਾਬਰ ਸੋਨਾ ਤੋੜ ਕੇ ਖਜ਼ਾਨੇ ਵਿੱਚ ਦਿੱਤਾ ਜਾਵੇ। ਖਾਲਸਾ ਜੀ ਇਹੋ ਜਿਹਾ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ। ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ, ਕਹਿ ਦਿਓ ਵਾਹਿਗੁਰੂ। ਬਾਣੀ ਤਾਂ ਪੜ੍ਹਨੀ ਇਸੇ ਕਰਕੇ ਕਿ ਸ਼ਰਾਬ ਛੱਡੀ ਜਾਏ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਕਿ ਸਾਫ਼ ਸਫਾਈਆਂ ਛੱਡੀਆਂ ਜਾਣ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਮਾੜੇ ਕਰਮ ਛੱਡੇ ਜਾਣ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਕਿ ਝੂਠ ਛੱਡਿਆ ਜਾਵੇ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਗੁਰੂ ਕੀ ਸੰਗੁਰੀ ਸੋਚ ਛੱਡੀ ਜਾਏ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਕਿ ਬੁਰੇ ਕਰਮ ਛੱਡੇ ਜਾਣ, ਬਾਣੀ ਤਾਂ ਪੜ੍ਹਨੀ ਇਸੇ ਕਰਕੇ ਹੈ ਕਿ ਮਨ ਵਿੱਚ ਗਰੀਬੀ ਆ ਜਾਏ। ਜੇ ਬਾਣੀ ਪੜ੍ਹਦੇ ਵੀ ਮਾੜੇ ਕਰਮ ਨਾ ਛੱਡੇ ਗਏ, ਪ੍ਰਸ਼ਾਦਾ ਤਾਂ ਛਕਣਾ ਇਸੇ ਕਰਕੇ ਕਿ ਭੁੱਖ ਦੂਰ ਹੋ ਜੇ, ਜਲ ਤਾਂ ਛਕਣਾ ਇਸੇ ਕਰਕੇ ਕਿ ਵੀ ਪਿਆਸ ਦੂਰ ਹੋ ਜੇ। ਜੇ ਪ੍ਰਸ਼ਾਦਾ ਖਾ ਕੇ ਵੀ ਭੁੱਖ ਦੂਰ ਨਾ ਹੋਈ, ਜੇ ਜਲ ਛਕ ਕੇ ਵੀ ਸਾਫ਼ ਸੁਥਰੀ ਪਿਆਸ ਦੂਰ ਨਾ ਹੋਈ, ਫਿਰ ਉਹ ਪ੍ਰਸ਼ਾਦਾ ਜਲ ਛਕਣ ਦਾ ਕੀ ਫਾਇਦਾ ਹੋਇਆ? ਮਾਫ ਕਰਨਾ ਤੇ ਕਿਹਾ ਨਾ ਪਾਣੀ ਕਰ ਕਰ ਹੁਕਮ ਮਸਤਕ ਸੱਤ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਦ ਸਿੱਖ ਗੁਰੂ ਦੇ ਚਰਨਾਂ ਨਾਲ ਜੁੜਦਾ, ਗੁਰਮਤਿ ਹੈ ਜਿਹੜੀ ਇਹਦੇ ਵਿੱਚੋਂ, ਗੁਰੂ ਹੈ ਜਿਹੜਾ ਇਹਦੇ ਵਿੱਚੋਂ ਬੁਰਾਈਆਂ ਮਾਰ ਕੇ ਬਾਹਰ ਕੱਢ ਦਿੰਦਾ। ਖਾਲਸਾ ਜੀ ਬੁਰਾਈਆਂ ਦੀ ਥਾਂ ਤੇ ਗੁਨਾਹ ਦਾ ਪ੍ਰਕਾਸ਼ ਕਰ ਦਿੰਦਾ ਹੈ। ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਗੁਰਾਂ ਦੇ ਸਿਰ ਤੇ ਹੱਥ ਰੱਖੀ, ਮਾਰ ਕੱਢੀਆਂ ਬੁਰਾਈਆਂ।
ਦਾ ਜੀਵਨ ਗੁਰੂ ਚਰਨਾਂ ਤੋਂ ਸ਼ੁਰੂ ਹੁੰਦਾ ਹੈ। ਅੰਤ ਸਿੱਖ ਗੁਰੂ ਦੇ ਚਰਨਾਂ ਵਿੱਚ ਹੀ ਅਪੇਧ ਹੋ ਜਾਂਦਾ ਹੈ। ਭਗਤੀ ਤੋਂ ਸ਼ੁਰੂ ਹੁੰਦੀ, ਭਗਤ ਭਗਵਾਨ ਤੋਂ, ਮਰੀਦ ਮੁਰਸ਼ਿਦ ਤੋਂ, ਸਿੱਖ ਗੁਰੂ ਤੋਂ। ਭਗਤੀ ਕਰਦੇ ਕਰਦੇ ਭਗਤ ਨੇ ਭਗਵਾਨ ਦਾ, ਮਰੀਦ ਨੇ ਮੁਰਸ਼ਿਦ ਦਾ, ਸਿੱਖ ਨੇ ਗੁਰੂ ਦਾ ਹੋ ਜਾਣਾ। ਪਾਣੀ ਦੀ ਬੂੰਦ ਸਮੁੰਦਰ ਤੋਂ ਜੁਦਾ ਹੋਈ ਹੈ, ਇਹਨੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋਣਾ। ਸਿੱਖ ਗੁਰੂ ਚਰਨਾਂ ਤੋਂ ਵਿਛੜਿਆ, ਇਹਨੇ ਗੁਰੂ ਦੇ ਵਿੱਚ ਮਿਲ ਕੇ ਗੁਰੂ ਦਾ ਹੋ ਜਾਣਾ। ਬਾਬਾ ਲਹਿਣਾ ਜੀ ਗੁਰੂ ਨਾਨਕ ਜੀ ਦੇ ਚਰਨੀ ਜਦੋਂ ਲੱਗੇ, ਸਿੱਖ ਹੋ ਕੇ ਲੱਗੇ। ਜਦੋਂ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਗਏ, ਸਿੱਖ ਹੋ ਕੇ ਗਏ ਸੀ। ਗੱਲ ਕਿੱਥੇ ਨਿਬੜੀ? ਇੱਕ ਦਿਨ ਲਹਿਣਾ ਲਹਿਣਾ ਨਾ ਰਹੇ, कहते वाहिगुरू लैने ते गुरु नानक दे विच कोई फर्क ना रहे। लैना माफ करना गुरु नानक ही बन गए। सब इत्थे तक गुरु ने मान बख्शे। जब गुरता गुरगद्दी बख्शी, भावें बड़ियां बड़ियां वड्डियां तो वड्डियां प्रीखिया गुरु नानक जी ने बाबा लैना जी दी कीती। कित्थे तक लाला सक किस वड्डियां परखदा, रब परखदा भगतां प्यारियां। साफ सिंह कदे देगां दे विच है काट देंदा, कदे फेरदा सिरां ते तालियां। गुरु किस्म जिवें जिहड़ा घमियार है, भांडे नूं हत्थ दे विच कोई सस छोटी जी लकड़ी दी बनी फट्टी फड़ी हुंदी है, चपटी जी, बाहरों घड़े नूं कुटदा, भांडे नूं कुटदा। भांडे नूं बनाउण समय घमियार है जिहड़ा बाहरों घड़े नूं कुटदा। ये माफ करना साफ संभव एक हत्थ अंदर रखिया हुंदा है। गुरु किस्म किते घड़ा फुटना जाए, किते घड़ा फुटना जाए। इसी तरह गुरु की संग बाहरों सिख नूं झिड़कदा है, डांटदा भी है, माफ करना, पर अंदरों सिख गुरु नूं प्यार करदा है। पहुंचो मालवे देश की धरती तक ताजा दे मालक हो जाते जरनैल दशमेश जी गुरु की संग। मां का देखो बच्चे ने कितना प्यार, सस मां का बच्चे ने कितना प्यार। गुरु की संगत मां बच्चे नूं कितना प्यार करती। मां का प्यार बच्चे नूं, मां का प्यार, हालांकि मां के प्यार की बच्चे के प्रति कोई हद नहीं है, पर गुरु की संगत जिथे तक गुरु का प्यार है नानक, माफ करना, जिथे तक गुरु का प्यार है सिख नाल, ਉਹਦੇ ਮੁਕਾਬਲੇ ਤੇ ਮਾਂ ਦਾ ਪਿਆਰ ਤਾਂ ਆਪਣੇ ਬੱਚੇ ਦੇ ਨੂੰ ਕੁਝ ਵੀ ਨਹੀਂ ਹੋ ਸਕਦਾ। ਦਸ਼ਮੇਸ਼ ਜੀ ਜਦੋਂ ਮੁਕਤਸਰ ਦਾ ਜੰਗ ਹੋਣਾ ਸੀ, ਨੀਲੇ ਦੇ ਸ਼ੱਕ ਸਵਾਰ ਸਤਿਗੁਰੂ ਪਾਤਸ਼ਾਹ ਅੱਗੇ ਵਧਦੇ ਜਾ ਰਹੇ, ਪਿੱਛੇ ਸ਼ਾਹੀ ਫੌਜਾਂ ਮਾਰੋ ਮਾਰ ਕਰਦੀਆਂ ਆ ਰਹੀਆਂ ਨੇ। ਸਾਧ ਸੰਗਤ ਜੀ ਭਾਈ ਕਾਹਨ ਸਿੰਘ ਦਾ ਪੁੱਤਰ ਦਾਨ ਸਿੰਘ ਗੁਰੂ ਸਾਹਿਬ ਨੂੰ ਕਹਿੰਦਾ, ਮਹਾਰਾਜ ਉਹ ਦੇਖੋ शाही फौज पिछे आ गई, कृपा करो घोड़े नूं छेती तोड़ो, नीले नूं छेती तोड़ो। पर अंतरजामी सतगुरु पातशाह किहदी परवाह करते सी? उन्हां नूं काहदा डर सी? गुरु की संग माफ करना। फिर भाई साध संगत जी दान सिंह ने बेनती की, महाराज जी ओ देखो शाही फौज किन्ने नेड़े आ गई। गुरु की संगत बंदा मारिया ते टोली जांदा, जो सियाणप नूं अगे रख लैंदा। कहदे पए जदों सियाणप नूं अगे रख लैंदा उदों मारिया जांदा। कर गुरु की संग भाई दान सिंह ने सोचा भी गुरु साहब मेरी गल नहीं सुनते। भाई दान सिंह ने कलगीधर पातशाह के घोड़े से एक घोड़ा मारे, एक घोड़ा मारे खिंच के, दूजा घोड़ा मारे भी गुरु साहब का ख्याल नहीं दे रहे,
ਅੱਜ ਸ਼ਾਹੀ ਫੌਜ ਪਿੱਛੇ ਪਿੱਛੇ ਆ ਗਈ ਹੈ, ਬਰਾਤ ਜਿਹੜੀ ਹੈ। ਮਾਫ ਕਰਨਾ, ਗੁਰੂ ਸਾਹਿਬ ਆਪਣੀ ਮੌਤ 'ਚ ਜਾ ਰਹੇ ਨੇ। ਸੰਤਨ ਅਮਰਨਾ ਕਹੋ ਜਾਨੀ ਬੇਪਰਵਾਹ ਸਦਾ ਹਰ ਕੇ ਜਾਗੋ ਪਾਕ ਸੁਆਮੀ ਗੁਰੂ ਕੀ ਸੰਗਤ। ਜਦੋਂ ਭਾਈ ਦਾਨ ਸਿੰਘ ਨੇ ਦਸ਼ਮੇਸ਼ ਜੀ ਦੇ ਨੀਤੀ ਦੇ 2 ਘੋੜੇ ਮਾਰੇ ਨਾ ਖਿੱਚ ਕੇ, ਤਾਂ ਹਜ਼ੂਰ ਨੇ ਪਿੱਛੇ ਮੁੜ ਕੇ ਵੇਖਿਆ, ਗੁਰੂ ਕੀ ਸੰਗਤ ਦੇਖ ਕੇ ਭਾਈ ਦਾਨ ਸਿੰਘ ਵੱਲ ਕਹਿੰਦੇ ਕਿ ਨਰਕਾਂ ਦੇ ਅਧਿਕਾਰੀ ਹੈ, ਤੇਰੀ ਕੁਲ ਗਰਕ ਹੋ, ਤੇਰਾ ਬੇੜਾ ਗਰਕ ਹੋ, ਤਾਂ ਸਾਡੇ ਨੀਲੇ ਦੇ ਘੋੜੇ ਕਿਉਂ ਮਾਰੇ, ਤੇਰਾ ਸਤਿਆਨਾਸ਼ ਹੋ ਜਾਏ। ਜਦੋਂ ਇਹੋ ਜਿਹੇ ਵਚਨ ਕੀਤਾ ਗੁਰੂ ਸਾਹਿਬ ਨੇ, ਤੇਰੀ ਕੁਲ ਗਰਕ ਹੋ ਜੇ, ਗੁਰੂ ਦਾ ਸਤਿਆਨਾਸ਼ ਹੋ ਜੇ, ਤੇਰਾ ਬੇੜਾ ਗਰਕ ਹੋ ਜੇ, ਤਾਂ ਸਾਡੇ ਨੀਲੇ ਦੇ ਘੋੜੇ ਕਿਉਂ ਮਾਰੇ। ਕੋਲ ਦਾਨ ਸਿੰਘ ਦਾ ਪਿਤਾ ਭਾਈ ਕਾਨ ਸਿੰਘ ਸੀ, ਉਹਦੀ ਤਾਹ ਨਿਕਲੀ। ਕਲਗੀਆਂ ਵਾਲਿਆ, ਤੁਹਾਡੇ ਸਿੱਖ ਹਨ, ਤੁਹਾਡੇ ਸੇਵਕ ਹਨ, ਤੁਹਾਡੇ ਚਰਨਾਂ ਦੇ ਵਿੱਚ ਰਹਿੰਦੇ ਹਨ, ਤੁਹਾਡੀ ਕਿਰਪਾ ਤੁਹਾਡੇ ਦਰ ਦੀ ਸੇਵਾ ਕਰਦੇ। ਕਲਗੀਆਂ ਵਾਲੇ, ਕੀ ਤੁਹਾਡੀ ਸੇਵਾ ਕਰਕੇ ਸਾਡੀ ਕੁਲ ਗਰਕ ਹੋ ਜਾਏਗੀ? ਕੀ ਤੁਹਾਡੀ ਸੇਵਾ ਕਰਕੇ ਸਾਡੀ ਕੁਲ ਦਾ ਸਤਿਆਨਾਸ਼ ਹੋ ਜਾਏਗਾ? ਕੀ ਮਾਰ ਤੁਹਾਡੀ ਸੇਵਾ ਕਰਕੇ ਅਸੀਂ ਨਰਕਾਂ ਨੂੰ ਚਲੇ ਜਾਵਾਂਗੇ? ਕਲਗੀਧਰ ਆਖਿਆ, ਇੱਧਰ ਭਾਈ ਕਾਹਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬੱਚਾ ਸੀ, ਇਹ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕਦਾ, ਗਰੀਬ ਨਵਾਜ਼ ਤੁਹਾਡੇ ਚੋਜਾਂ ਨੂੰ ਨਹੀਂ ਜਾਣ ਸਕਦਾ, ਤੁਹਾਡੇ ਹਰ ਗੱਲ ਦੇ ਕਿਸੇ ਵੀ ਤੁਹਾਡਾ ਜੀ ਦੀ ਕਿਸੇ ਵੀ ਗੱਲ ਦੇ ਭਿੰਨ ਨੂੰ ਇਹ ਨਹੀਂ ਸਮਝ ਸਕਦਾ। ਉਸ ਮੌਕੇ ਕਲਗੀਧਰ ਪਾਤਸ਼ਾਹ ਭਾਈ ਕਾਹਨ ਸਿੰਘ ਜੀ ਫਰਾਂ ਰੋਂਦਿਆਂ ਨੂੰ ਦੇਖ ਕੇ ਬਾਂਹ ਤੋਂ ਫੜ ਕੇ, ਦੇਖੋ ਗੁਰੂ ਆਪਣੇ ਸਿੱਖ ਨੂੰ ਕਿੰਨਾ ਪਿਆਰ ਕਰਦਾ, ਬਾਂਹ ਤੋਂ ਫੜ ਕੇ ਗੁਰੂ ਸਾਹਿਬ ਨੇ ਭਾਈ ਕਾਹਨ ਸਿੰਘ ਗਾਣਾ ਲਾਉਂਦੇ ਆਖਿਆ, ਕਾਹਨ ਸਿੰਘ ਜਿਵੇਂ ਮਾਂ ਬੱਚੇ ਨੂੰ ਕਿੰਨੀਆਂ ਗਾਲਾਂ ਕੱਢਦੀ ਹੈ, ਮਰ ਜਾਏ, ਰੁੜ ਜਾਏ, ਡੁੱਬ ਕੇ ਮਰ ਜਾਏ, ਇਹ ਹੈ ਉਹ ਹੈ, ਪਰ ਜਿਹੜੀਆਂ ਮਾਂ ਦੀਆਂ ਗਾਲਾਂ ਨੇ ਬੱਚੇ ਨੂੰ ਉੱਤੋਂ ਧੋਂਦੀਆਂ ਨੇ। ਮਾਂ ਅੰਦਰੋਂ ਬੱਚੇ ਨੂੰ ਪਿਆਰ ਕਰਦੀ, ਮਾਂ ਦੀਆਂ ਗਾਲਾਂ ਜਿਵੇਂ ਬੱਚੇ ਨੂੰ ਨਹੀਂ ਲੱਗਦੀਆਂ। ਕੌਣ ਸੀ ਅਸੀਂ ਤੇ ਉੱਤੋਂ ਕਹਿੰਦੇ ਸਾਂ, ਜਿਵੇਂ ਗੁਰੂ ਦੀਆਂ ਝਿੜਕਾਂ ਸਿੱਖ ਨੂੰ ਨਹੀਂ ਲੱਗਦੀਆਂ। ਖਾਲਸਾ ਜੀ ਆਖਿਆ, ਭਾਈ ਕਾਹਨ ਸਿੰਘ ਤੁਹਾਡੀ ਗੁਰਜੁਗਾਂ ਤੱਕ ਚੱਲਦੀ ਰਹੇਗੀ, ਤੁਹਾਡਾ ਜੁਗਾਂ ਤੱਕ ਨਾ ਰਹੇਗਾ, ਤੁਸੀਂ ਹਮੇਸ਼ਾ ਗੁਰਸਿੱਖੀ ਨਾਲ ਜੁੜੇ ਰਹੋਗੇ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਘਰ ਨਾਲ ਜੁੜੀਆਂ ਰਹਿਣਗੀਆਂ। ਸਭ ਭਾਵੇਂ ਬਾਬਾ ਲਹਿਣਾ ਜੀ ਦੀ ਜ਼ਿੰਦਗੀ 'ਚ ਬੜੇ ਬੜੇ ਸਮੇਂ ਲਾਏ, ਪਰ ਗੁਰੂ ਇੱਕ ਐਸਾ ਸਮਾਂ ਵੀ ਆਇਆ, ਖਾਲਸਾ ਜੀ ਤੂੰ ਆਪੇ ਠਾਕਰੇ ਆਪੇ ਸੇਵਕ ਗਿਆਤੀ ਜੰਤ ਵਿਚਾਰਾ ਇੱਕ ਐਸਾ ਸਮਾਂ ਵੀ ਆਇਆ। ਕੈਸੇ ਕੈਸੇ ਸਮੇਂ, ਕਿਤੇ ਆਖਿਆ ਮੁਰਦਾ ਪਿਆ ਸੀ, ਕਿਸੇ ਸਮੇਂ ਤੁਰੇ ਜਾ ਰਹੇ ਨੇ, ਜਾਂਦੇ ਜਾਂਦੇ ਸਰਦੀ ਦੀ ਰੁੱਤ ਹੈ, ਇੱਕ ਬਹੁਤ ਵੱਡਾ ਨਗਰ ਆ ਗਿਆ। ਹਜ਼ੂਰ ਦੇ ਦੋਵੇਂ ਪੁੱਤਰ ਬਾਬਾ ਸ੍ਰੀ ਚੰਦ ਲక్ష్ਮੀ ਦਾਸ ਜੀ ਹਜ਼ੂਰ ਦੇ ਨਾਲ ਹਨ। ਗੁਰੂ ਕੀ ਸੰਗਤ ਆਗੇ ਮਾਫ ਕਰਨਾ, ਭਾਈ ਮਰਦਾਨਾ ਭਾਈ ਬਾਲਾ ਜੀ ਹਜ਼ੂਰ ਦੇ ਨਾਲ ਹਨ। ਗੁਰੂ ਕੀ ਸੰਗਤ ਆਗਿਆਕਾਰੀ ਬਾਬਾ ਲਹਿਣਾ ਜੀ, ਇਹ ਵੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਹਨ। ਖਾਲਸਾ ਜੀ ਗੁਰ ਕੇ ਗ੍ਰਹਿ ਸਿੱਖ ਜੋ ਰਹਾ, ਗੁਰ ਕੀ ਆਗਿਆ ਮਨ ਮੰਗਤਾ ਹੈ। ਬਹੁਤ ਵੱਡਾ ਨਗਰ ਹੈ, ਸ਼ਹਿਰ ਹੈ। ਸ਼ਹਿਰ ਤੋਂ ਬਾਹਰ ਇੱਕ ਮ੍ਰਿਤਕ ਪ੍ਰਾਣੀ ਦੀ ਲਾਸ਼ ਵੀ, ਡੈਡ ਬੋਡੀ ਕੇ ਹਜ਼ੂਰ ਨੇ ਆਪਣੀ ਚਿੱਟੀ ਦੁੱਧ ਵਰਗੀ ਚਾਦਰ ਉਤਾਰ ਦੇ ਇਸ ਮੁਰਦੇ ਦੇ ਉੱਤੇ ਪਾਉਂਦੇ ਬਚਨ ਕੀਤਾ, ਬੇਟਾ ਸ੍ਰੀ ਚੰਦ ਜੀ ਇੰਜ ਕਰੋ, ਇਹ ਮੁਰਦੇ ਨੂੰ ਖਾ। ਖਾਲਸਾ ਜੀ ਬਚਨ ਮੰਨਣਾ ਵੀ ਸੁੱਖਾ ਹੈ, ਗੁਰ ਕਾ ਕਹਿ ਪ੍ਰਕਾਰ ਕਮਾਓ, ਗੁਰ ਕੀ ਕਰਨੀ ਕਾਇਮ ਭਾਵੋ। ਕਈ ਗੁਰੂ ਦੀ ਰੀਸ ਕਰਨ ਲੱਗ ਜਾਂਦੇ, ਕਈ ਕਹਿੰਦੇ ਨੇ ਦਸਵੇਂ ਪਾਤਸ਼ਾਹ ਨੇ ਚਿੱਠਾ ਕਰਤਾ, ਕਹਿੰਦੇ ਵੈਸੇ ਪਹਿਲੀ ਗੱਲ ਤਾਂ ਗੁਰੂ ਸਾਹਿਬ ਨੇ ਮਾਸ ਖਾਧਾ ਹੀ ਨਹੀਂ। ਮਾਫ ਕਰਨਾ, ਗੁਰੂ ਸਾਹਿਬ ਤਾਂ ਮਾਰ ਕੇ ਵੀ ਜਵਾਬ ਦਿੰਦੇ ਸਨ, ਤੁਸੀਂ ਮੱਖੀ ਮਾਰ ਕੇ ਜਿਉਣ ਦੀ ਗੱਲ ਕਰਦੇ ਹੋ, ਕਹਿ ਦਿਓ ਸਤਿਗੁਰੂ ਮੇਰਾ ਮਾਰ ਚ ਵੈਸੇ ਗੁਰੂ ਦੀ ਰੀਸ ਕਰਨੀ। ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਸਮੇਂ ਇੱਕ ਇੱਕ ਗੱਲ ਨੂੰ ਸਮਝਾਉਣ ਲੱਗੀਆਂ, ਕਈ ਦਲੀਲਾਂ ਦੇਣੀਆਂ ਪੈਂਦੀਆਂ। ਗੁਰੂ ਕੀ ਸੰਗਤ ਮਾਫ ਕਰਨਾ, ਅਸੀਂ ਕਈ ਵਾਰੀ ਰੀਸਾਂ ਕਰਨ ਲੱਗ ਜਾਂਦੇ ਹਾਂ ਗੁਰੂ ਕੀ ਸੰਗਤ। ਤਾਂ ਸਭ ਇੱਕ ਸਮੇਂ ਗੁਰੂ ਨਾਨਕ ਸਾਹਿਬ ਜੀ ਇੱਕ ਬਹੁਤ ਵੱਡੇ ਸਮੁੰਦਰ ਦੇ ਵਿੱਚ ਹੁੰਦੇ, ਗੁਰੂ ਕੀ ਸੰਗਤ ਹਜ਼ੂਰ ਨੇ ਪਾਰ ਹੋ ਕੇ ਜਾਣਾ ਸੀ। ਤਾਂ ਉਸ ਮੌਕੇ ਗੁਰੂ ਕੀ ਸੰਗਤ ਭਾਈ ਮਰਦਾਨਾ ਜੀ ਬਾਲਾ ਜੀ ਸਮੇਤ ਗੁਰੂ ਸਾਹਿਬ ਇਸ ਸਮੁੰਦਰ ਦੇ ਕੰਢੇ ਤੇ ਖੜੇ ਹੈ। ਬਹੁਤ ਵੱਡਾ ਸਮੁੰਦਰ ਸੀ ਕਹਿ ਲਓ। ਤਾਂ ਉਸ ਮੌਕੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਨੂੰ ਹੁਕਮ ਹੋਇਆ, ਭਾਈ ਮਰਦਾਨਾ ਜੀ ਬਾਲਾ ਜੀ ਅਸੀਂ ਇਸ ਸਮੁੰਦਰ ਤੋਂ ਪਾਰ ਹੋ ਕੇ ਜਾਣਾ ਹੈ, ਤੁਸੀਂ ਜਿੱਥੇ ਕਰਨਾ ਕਿ ਤੁਸੀਂ ਵੈਰ ਕਰੀ ਜਾਣਾ, ਇਸ ਪਾਣੀ ਦੇ ਉੱਤੇ ਇਸ ਤਰ੍ਹਾਂ ਤੁਰੋਗੇ ਜਿਵੇਂ ਧਰਤੀ ਦੇ ਉੱਤੇ ਤੁਰਿਆ ਜਾਂਦਾ ਹੈ, ਜਿਵੇਂ ਧਰਤੀ ਤੇ ਚੱਲੀਦਾ ਇੱਧਰ ਤੁਰੋਗੇ। ਮਾਫ ਕਰਨਾ, ਤੁਸੀਂ ਵੈਰ ਕਰੀ ਜਾਣਾ। ਆਖਿਆ ਜੀ 7 ਵਜਨ। ਹੁਣ ਗੁਰੂ ਕੀ ਸੰਗਤ ਭਾਈ ਬਾਲਾ ਵੀ ਭਾਈ ਮਰਦਾਨਾ ਤੇ ਵੈਰ ਕਰੀ ਜਾਂਦੇ ਨੇ। ਹੁਣ ਵੈਰ ਨੂੰ ਚਾਰ ਲੱਗਦੇ ਹੋ, ਕਹਿੰਦੇ ਵੈਰ ਨੂੰ ਚਾਰ ਕਰ ਲੱਗਦੇ ਹੋ। ਬਾਬਾ ਜੀ ਅੱਗੇ ਦੇਖੋ ਕਿਹੜੀਆਂ ਕਿਹੜੀਆਂ ਵੱਡੀਆਂ ਕਸਵੱਟੀਆਂ ਗੁਰੂ ਪਾ ਕੇ ਰੱਖ ਦਿੰਦਾ, ਕਿਹੜੇ ਕਿਹੜੇ ਵੱਡੇ ਪਰਚੇ ਪਾ ਦਿੰਦਾ। ਮਾਫ ਕਰਨਾ, ਗੁਰੂ ਕੀ ਸੰਗਤ ਭਾਵੇਂ ਸਾਰੇ ਨਾਮ ਪਰਮੇਸ਼ਰ ਦੇ ਹਨ। ਗੁਰੂ ਕੀ ਸੰਬਾਣੀ ਚ ਰਾਮ ਸ਼ਬਦ ਵੀ ਆਉਂਦਾ, ਹਰੀ ਸ਼ਬਦ ਵੀ ਆਉਂਦਾ,
बड़े बड़े शब्द आते हैं, गुरु की सकरता शब्द आता, खदा शब्द आता, पर सारे ही वैद के नाम पवित्र होने, पूजन योग्य होने। पर हर संगत जी सिख ने जाप उस शब्द का करना जो पंजा प्यारे वालों गुरु का हुक्म है। वह के मंत्र गण जपे और की जाप, सो साठ सिख मूल नहीं बचन श्री गुरु आप। गुरु की संगत कह रहो विचार। तो बाबा जी अगे के तुरे जा रहे हैं, सास के ने पाके दसने सुनते बाबा जी अगे जा रहे हैं। गुरु नानक जी सोहम 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 करी जा रहे हैं। सोहम सोहम भाई बाला मर्दाना वो वह गुरु के तुरे आ रहे हैं। वह के तुरे आ रहे हैं। वह कही जाते हैं। वो पिछे पिछे उस तरह पानी के तुरे आ रहे हैं। अगे गुरु नानक साहब जी सोहम सोहम करते जा रहे हैं। वो भाई मर्दाने के मन से शंका पैदा हो गया कि बाबा जी सानू तो कहते वैर वैर करो, कहते वह भाई सानू तो कहते वैर वैर करो, आप सोहम सोहम करते हैं। वह कहने लगे माफ करना चार शब्द औरत ने पहले ने, सोहम कहने लगे दो ही शब्द ने, सोहम सोहम सोहम। उस मौके गुरु की संगत भाई मर्दाना जी ने सोचा भी चलो जा पिया, चलो जा पिया आप भी सोहम सोहम कह लगते। जब भाई मर्दाने ने आख्या सोहम या खबा पैर सास दो घट पानी च, जब दूजी बारी क्या सोहम ते दूजा पैर भी पानी च, जब तीजी बारी लग्या ना सोहम लगा भाई मर्दाना पानी दे विच गोते खाण। जदों पानी विच गोते लगा खाण, माफ करना वाला कहना मर्दाने की हो गया, माफ करना सब डुबकियां जी लग गया, मारू साहब मुंह पानी भर गया, पेट पानी भर, सोहम सोहम मारे वाला लगा क्या मारे ये बात मर्दाना तो चलिया। गुरुदेव ने पिछे मुड़ के देखिया, आख्या भी भले की हो गया, आख्या बापू मर्दाना करे सो गुरु साहब लगे की हो गया तेन, माफ करना गुरु की संगत की हो गया कहो है। जो तो भाई मर्दाना वह कहता तो पानी की उपरली तह दे आगे मार लगे कि मर्दाने की गल हो तेन की गल हो गई सी है। कहने लगा मारा मैं सोचे भी तुझी सोहम सोहम कर दो, मैं भी सोहम सोहम कर, एवं नहीं किया गुरु का क्या साकार घुमावो। गुर की करनी जी काहे तो तारो, गुर की करनी जी काहे तो तारो, गुर की करनी जी उपदेश करवाना, रीस होर होंदी है, उपदेश होर बयान करता है। बड़े बड़े सासू बाबा लैणा जी की जिंदगी सुनते हैं, पुत्रां नूं हुक्म कीता इंज करो, बड़े साहिबजादे नूं क्या बेटा श्री तन इंज करो, चिट्टी जद खांदे मुर्दे दे आखे नूं खाना खाणू बड़ी औखी गल है। रीसा माड़ियां हन,
ਰੀਸਾਂ ਡੋਲਦੀਆਂ ਹਨ। ਗੁਰੂ ਕੀ ਸੰਗਤ ਗੱਲੀ ਅਸੀਂ ਚੰਗੀਆਂ ਅਚਾਰੀ ਦੁਨੀਆਂ ਦੇ ਦੁੱਖ ਸੁੱਖ ਕਾਲੀਆਂ ਮਾਫ ਕਰਨ ਪਰ ਚਿਪੜੀਆਂ ਰੀਸਾਂ ਕਰੇ ਤਨਾੜੀਆਂ ਜੋ ਸੇਵਨ ਦਰ ਖੜੀਆਂ ਉਹਨਾਂ ਦੀ ਰੀਸ ਕਿਹੜਾ ਕਰ ਸਕਦਾ। ਗੁਰੂ ਕੀ ਸਿੰਘ ਜਿਹੜੇ ਕੱਟੋ ਪੈਰ ਮਾਲਕ ਦਾ ਨਾਮ ਜਪਦੇ ਹੋਏ ਵੀ ਬੜੇ ਨਿਮਾਣੇਪਨ ਵਿੱਚ ਰਹਿੰਦੇ ਹਨ। ਖੈਰ ਗੁਰੂ ਕੀ ਸਿੰਘ ਹੁਕਮ ਹੋਇਆ ਵੱਡੇ ਸਾਹਿਬਜ਼ਾਦੇ ਨੂੰ ਬਾਬਾ ਸ੍ਰੀ ਚੰਦ ਨੂੰ ਮੁਰਦੇ ਨੂੰ ਕਰ। ਬਾਬਾ ਸ੍ਰੀ ਚੰਦ ਜੀ ਲੱਗੇ ਕਿ ਖੁਦਾ ਜੀ ਕਮਾਲ ਦੀ ਗੱਲ ਹੈ। ਲੋਕੀ ਕਹਿੰਦੇ ਸੀ ਤੁਹਾਡਾ ਪਿਓ ਸਤਰਾ ਪੱਤਰਾ ਹੋ ਗਿਆ, ਅਸੀਂ ਤਾਂ ਮੰਨਦੇ ਨਹੀਂ ਸੀ। ਪਰ ਅੱਜ ਪਤਾ ਲੱਗਿਆ ਕਿ ਆਪ ਸੱਚਮੁੱਚ ਸਤਰੇ ਬੱਤਰੇ ਹੋ ਗਏ। ਬੜਾ ਮੁਰਦੇ ਦਿਖਾਇਆ ਕਰਦਾ, ਮੁਰਦੇ ਵੀ ਕਹਾਇਆ ਕਰਦਾ। ਗੁਰੂ ਦੇ ਬਚਨ ਤੇ ਕਿੰਤੂ ਪ੍ਰੰਤੂ ਕਰਨ ਵਾਲਾ ਬਾਣੀ ਦੇ ਕਿੰਤੂ ਪ੍ਰੰਤੂ ਕਰੀ ਜਾਂਦੇ ਕਹਿ ਰਹੇ ਆਪ ਕਿੱਧਰ ਦੀਆਂ ਵਿਆਕਰਨ ਲੈ ਕੇ ਬੈਠੇ ਖਾਲਸਾ ਜੀ। ਅੱਜ ਜੀਵਨ ਕਿੱਧਰ ਤੁਰਿਆ ਜਾ ਰਿਹਾ, ਸਿਆਰੀਆਂ ਬਦਲ ਦੋ, ਬਿੰਦੀਆਂ ਬਦਲ ਦੋ, ਇਹ ਬਾਣੀ ਨਹੀਂ ਉਹ ਬਾਣੀ ਨਹੀਂ, ਮਾਫ ਕਰਨਾ ਖਾਲਸਾ ਜੀ। ਅੱਜ ਕੱਲ ਤਾਂ ਅਸੀਂ ਹੋਰ ਹੀ ਪਾਸੇ ਤੁਰ ਪਏ। ਗੁਰੂ ਕੀ ਸੰਗਤ ਸਿੱਖ ਨੇ ਗੁਰੂ ਦੇ ਉੱਤੇ ਸ਼ੰਕਾ ਨਹੀਂ ਕਰਨਾ। ਜਿਹੜਾ ਸਿੱਖ ਗੁਰੂ ਦੇ ਸ਼ੰਕਾ ਕਰਦਾ ਭਲਾ ਤਾਂ ਕੀ ਹੋਣਾ, ਸਾਥ ਖੁਦਾ ਦਾ ਅਧਿਕਾਰੀ ਹੈ। ਜਦ ਸਾਸੋਂ ਬਾਬਾ ਸ੍ਰੀ ਚੰਦ ਜੀ ਲੱਗੇ ਕਿ ਪਿਤਾ ਜੀ ਭਲਾ ਕੋਈ ਮੁਰਦੇ ਵੀ ਖਾਇਆ ਕਰਦਾ, ਦੱਸੋ ਆ ਮੁਰਦਾ ਖਾਣ ਵਾਲੀ ਕੋਈ ਚੀਜ਼ ਦੇਖੋ ਕਿੰਨੀ ਬਦਬੂ ਆ ਰਹੀ। ਸੱਤ ਦੀ ਕਿਸ ਵੱਡੀ ਤੋਂ ਗੁਰੂ ਨਾਨਕ ਦੇ ਪੁੱਤਰ ਫਿਰ ਹੁਕਮ ਕੀਤਾ ਖਾਲਸਾ ਜੀ। ਬਾਬਾ ਲక్ష్ਮੀ ਦਾਸ ਨੂੰ ਝੂਠਾ ਸਾਖਾਦਾ ਸੀ, ਬੇਟਾ ਇੰਝ ਕਰੋ ਤੁਸੀਂ ਮੁਰਦੇ ਨੂੰ ਖਾ ਲਓ। ਬਾਬਾ ਲక్ష్ਮੀ ਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਪਿਤਾ ਜੀ ਕਮਾਲ ਦੀ ਗੱਲ ਹੈ, ਅਰੇ ਕਿਉਂ ਦੇ ਬਚਨ ਕਰ ਭਲਾ ਕੋਈ ਮੁਰਦੇ ਵੀ ਖਾਇਆ ਕਰਦਾ, ਮੁਰਦਾ ਕੋਈ ਖਾਣ ਵਾਲੀ ਚੀਜ਼ ਹੈ। ਖੈਰ ਗੁਰੂ ਸੰਗਤ ਨਾਮ ਲੱਜ ਪਾ ਭਾਈ ਬਾਲਾ ਜੀ ਨੂੰ ਕਿਹਾ, ਉਹਨਾਂ ਨੇ ਆਨਾਕਾਨੀ ਕੀਤੀ, ਇਨਕਾਰ ਕਰ ਦਿੱਤਾ। ਮਹਾਰਾਜ ਕੋਈ ਸਾਹਿਬ ਦੇ ਛੋਟੇ ਥੋੜੇ ਨੇ ਜਵਾਨ ਹੋ ਗਏ, ਸਿੱਖ ਕਦੇ ਵੀ ਜਵਾਨ ਨਹੀਂ ਹੁੰਦਾ ਕਹਿੰਦੇ ਹੋਏ, ਸਿੱਖ ਕਦੇ ਵੀ ਸਿਆਣਾ ਨਹੀਂ ਹੁੰਦਾ ਕਹਿੰਦੇ ਹੋਏ, ਸਿੱਖ ਕਦੇ ਵੀ ਬੁੱਢਾ ਨਹੀਂ ਹੁੰਦਾ ਕਹਿੰਦੇ ਹੋਏ। ਐਵੇਂ ਥੋੜਾ ਕਿਹਾ ਗੁਰਮੁਖ ਬੁੱਢੇ ਔਰ ਗੁਰਮੁਖ ਬੁੱਢੇ ਕਦੇ ਨਹੀਂ, ਕਦੇ ਨਹੀਂ। ਸਿੱਖ ਹਮੇਸ਼ਾ ਬੱਚਾ ਰਹਿੰਦਾ, ਬੱਚਾ। ਗੁਰ ਕੀ ਮੱਤ ਲੈ ਕੇ ਆਣੇ, ਗੁਰੂ ਕੀ ਮੱਤ ਲੈ ਕੇ ਆਣੇ ਭਗਤ ਗਣਾ ਹੋ ਡੁੱਬੇ ਸਿਆਣੇ ਕੇ ਹਮੇਸ਼ਾ ਬੱਚਾ ਰਹਿੰਦਾ, ਬੱਚਾ ਬੱਚਾ ਰਹਿੰਦਾ। ਮਾਫ ਕਰਨਾ ਬੱਚਾ ਭਾਵੇਂ ਜਵਾਨ ਹੋ ਜੇ, ਭਾਵੇਂ ਬੱਚਾ ਜਵਾਨ ਹੋ ਜੇ, ਛੋਟੀ ਉਮਰ ਚ ਭਾਵੇਂ ਬੱਚਾ ਬੁੱਢਾ ਹੋ ਜੇ, ਮਾਂ ਦਾ ਬੱਚਾ ਹੀ ਕਹਿੰਦੇ ਨੇ ਭਈ ਆਪਣੇ ਪਿਤਾ ਦਾ ਬੱਚਾ ਹੀ ਰਹਿੰਦਾ। ਇਹਦੇ ਵਾਂਗੂ ਕੋਈ ਇਸ ਤਰ੍ਹਾਂ ਸਿੱਖ ਹੈ ਜਿਹੜਾ ਉਹ ਗੁਰੂ ਦਾ ਬੱਚੇ ਮਰਦਾ ਹੀ ਉਦੋਂ ਹੈ ਜਦੋਂ ਕਿ ਸਿਆਣਾ ਹੋ ਜਾਂਦਾ। ਕਹਿੰਦੇ ਨਾਨਕ ਆਖਾਂ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਸਿਆਣਪ ਲੈ ਪੈਂਦੀ, ਸਿਆਣਪ ਲੈ ਪੈਂਦੀ। ਸਿਆਣਪ ਗੁਰੂ ਕੀ ਸੰਗਤ ਤੈਨੂੰ ਤਾਂ ਕਿ ਨਹੀਂ ਬਦਨ ਦਿੰਦੀ। ਖੈਰ ਗੁਰੂ ਕੀ ਸੰਗਤ ਰਹੋ ਵਿਚਾਰ ਇਹ ਦਰਸਾ ਸੰਗਤ ਦੀ। ਭਾਈ ਬਾਲਾ ਜੀ ਲੱਗੇ ਕਿ ਮਹਾਰਾਜ ਹਜ਼ੂਰ ਦੇ ਸਾਹਿਬ ਦੇ ਸਿਆਣੇ ਹੋ ਕੇ ਮਰੇ ਤਾਂ ਸੱਤ ਦੀ ਕਿਸ ਵੱਟੀ ਤੋਂ ਪਿੱਛੇ ਤਾਂ ਹੈ ਕਿ ਮਾਫ ਕਰਨਾ ਗੁਰੂ ਕੀ ਸੰਗਤ। ਸੱਤ ਦੀ ਕਿਸ ਵੱਟੀ ਦੇ ਤਾਂ ਹੀ ਨਹੀਂ ਪੂਰੇ ਉਤਰੇ। ਤਾਂ ਉਸ ਮੌਕੇ ਗੁਰੂ ਬਾਬੇ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਮਰਦਾਨੇ ਇੰਝ ਕਰ ਤੂੰ ਮਰਦ ਨੂੰ ਕਰ। ਮਰਦਾਨਾ ਵਿੱਚ ਕਿ ਕਮਾਲ ਦੀ ਗੱਲ ਹੈ, ਬਾਬਾ ਜੀ ਨੂੰ ਮੁਰਦੇ ਵੀ ਖਾਂਦਾ ਹੁੰਦਾ। ਦੇਖੋ ਕੋਈ ਮਠਿਆਈ ਹੁੰਦੀ ਤਾਂ ਜ਼ਰੂਰ ਖਾ ਲੈਂਦਾ, ਆਪਣਾ ਮੁਰਦੇ ਕੌਣ ਖਾਂਦਾ, ਇਹ ਮੁਰਦਾ ਕੌਣ ਖਾਂਦਾ। ਮਾਫ ਕਰਨਾ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਮੁਰਦਾ ਹੋਵੇ ਮਰੀਦ ਨਾਲ ਗੱਲੀ ਹੋਣਾ, ਮਰੀਦ ਨਾ ਸਿੱਖ ਦਾ। ਸਿੱਖ ਹੈ ਜਿਹੜਾ ਗੱਲਾਂ ਦੇ ਨਾਲ ਉਹ ਸਾਸਨ ਸਿੱਖ ਨਹੀਂ ਬਣਦਾ। ਸਿੱਖ ਨੂੰ ਤਾਂ ਜੁੜਦੇ ਜੀ ਗੁਰੂ ਦੇ ਸਾਹਮਣੇ ਮੁਰਦਾ ਹੋਣਾ ਪੈਂਦਾ। ਮੁਰਦਾ ਹੋਵੇ ਮਰੀਦ, ਮੁਰਦਾ ਹੋਵੇ ਮਰੀਦ, ਮੁਰਦਾ ਹੋਵੇ ਸਿੱਖ, ਪਰ ਮੁਰਦਾ ਗੱਲਾਂ ਨਾਲ ਨਹੀਂ ਹੋਇਆ ਜਾਂਦਾ। ਆ ਬਾਣੀ ਤੋਂ ਹੁੰਦੀ ਹੈ ਜੀਵਨ ਮੁਖ ਸਵਾਖੀ ਹੈ ਜੀਵਨ ਮਰੀ। ਕਿਸੇ ਮਹਾਤਮਾ ਦੇ ਕੋਲ ਸੇਵਕ ਸੀਗੇ, ਮਹਾਤਮਾ ਨੂੰ ਕਿਸੇ ਸੇਵਕ ਨੇ ਬੇਨਤੀ ਕੀਤੀ, ਬਾਬਾ ਜੀ ਜੀਵਨ ਮੁਕਤ ਪੁਰਸ਼ ਦੀ ਨਿਸ਼ਾਨੀ ਕੀ ਹੈ। ਕਹਿੰਦੇ ਵਾ ਜੀਵਨ ਮੁਕਤ ਪੁਰਸ਼ ਦੀ ਨਿਸ਼ਾਨੀ ਕੀ ਹੈ। ਉਹ ਮਹਾਤਮਾ ਤੇ ਕਮਾਈ ਵਾਲੇ ਤੇ ਲੱਗੇ ਕਿ ਵੀ ਜਿਹੜਾ ਜੀਵਨ ਮੁਕਤ ਪੁਰਸ਼ ਹੈ ਉਹ ਜਿਉਂਦਾ ਹੋਇਆ ਇੱਕ ਬਰਾਬਰ ਹੁੰਦਾ, ਜਿਉਂਦਾ ਹੋਇਆ ਇੱਕ ਬਰਾਬਰ ਹੁੰਦਾ। ਸਾਧ ਸੰਗਤ ਜੀ ਸੌਖੀ ਗੱਲ ਨਹੀਂ ਹੈ। ਖਾਲਸਾ ਜੀ ਮਾਫ ਕਰਨਾ ਗੁਰੂ ਕੀ ਸੰਗਤ ਜੀਵਨ ਮੁਕਤ ਸੌਖਾਕੀ ਮਾਰੇ ਜੀਵਨ ਮੰਨੇ ਵਿੱਚ ਸਿੱਖ ਸੇਵਕ ਬੋਲੇ ਮਹਾਤਮਾ ਦਾ ਕਹਿੰਦਾ ਜੀ ਜਿਉਂਦਾ ਮੈਂ ਇੱਕ ਬਰਾਬਰ ਹੁੰਦਾ ਕਰ ਲਵੇ। ਕਹਿੰਦਾ ਬਾਬਾ ਬਾਬਾ ਜੀ ਅੱਜ ਤੂੰ ਆਪਾਂ ਮਰ ਗਏ, ਆਪਾਂ ਅੱਜ ਤੂੰ ਮਰ ਗਏ। ਤੂੰ ਮਹਾਤਮਾ ਤੇ ਸੰਗਤ ਦੀ ਆਵਾਜਾਈ ਲੱਗੀ ਰਹਿੰਦੀ ਸੀ, ਅਜੇ ਬਜਟ ਕਾਸ ਹੋ ਰਹੇ ਸੀ। ਸੰਤ ਲੱਗੇ ਕਰ ਵੀ ਜਿਹੜਾ ਮਰ ਜਾਂਦਾ ਉਹ ਬੋਲਦਾ ਨਹੀਂ, ਜਿਹੜਾ ਮਰ ਜਾਂਦਾ ਉਹ ਡੋਲਦਾ ਨਹੀਂ। ਗੁਰਦਨ ਕਿਤੇ ਮਰਜੀ ਖਿੱਚ ਕੇ ਲੈ ਡੋਲਦਾ, ਜਿਹੜਾ ਮਰ ਜਾਂਦਾ ਹਿਲਦਾ ਨਹੀਂ ਹਿਲਦਾ ਨਹੀਂ। ਮਾਫ ਕਰ ਜਿਹੜਾ ਮਰ ਜਾਂਦਾ ਆਪਣੀ ਹੰਗਤਾ ਖਤਮ ਕਰ ਦਿੰਦਾ। ਜੀਵਨ ਮੁਕਤ ਸੌਖਾਕੀ ਭਾਈ ਜਿਹੜੇ ਜੀਵਨ ਮੁਕਤ ਪੁਰਸ਼ ਨੇ ਦੁਨੀਆ ਦੇ ਵਿੱਚ ਰਹਿੰਦੇ ਹੋਏ, ਜਿਵੇਂ ਮਲਾਈ ਹੈ ਜਿਹੜੀ ਦੁੱਧ ਵਿੱਚ ਰਹਿੰਦੀ, ਦੁੱਧ ਦੇ ਕੁੱਤੇ
पानी की लहर पानी में चली गई, पानी के ऊपर है, माफ कर पानी का बदलता है, पानी में पैदा होता है, पानी के ऊपर है। इस तरह जेडे जीवन मुक्त होए सने उन्होंने सुधि बुद्धि संसार के विच रहिंदे संसार को ऊपर तय करती है। तो सो साथ संग जी लगा कहण जी सत वचन जी मैं हुण मर गया। संत कहते मर गया, कहते मरना बड़ा औखा है, मरदा होए मरीद न गली होवना सदक सबर संतोख भरम पै खोवना। संता क्या मरना बड़ा औखा है, कहता नहीं मैं मर गया, कहते चंगा फिर हुण बोली नहीं, चुप करके बह गए, रात गाउंदे बलाउंदे बोलते ही नहीं, क्यों मर गया। वो खैर महात्मा के चरणों में संगतां की आवाजाही लगी रहती थी। वो एक तो प्रेमी ना मठियाई का डब्बा लेके आया, महात्मा के चरणों में जाके ठेज रखी गई, पता कसवट्टी ते लगता पानी दुखते मानो कस कसवट्टी लाया, कसवट्टियां ते पता लगता कसवट्टी दसदी है सोना असली है या नकली है। गुरु की संगत माफ करना। ओ उस मौके साथ संगत जी जो किसी प्रेमी लग पड़े मिठाई का डब्बा महात्मा ने रखिया, तो महात्मा अगे कहने भी सेवादार को बीतन वरता दे। जो वरताउन लगे कहने भी आ साडा सिख तो मर गया, इनू वरताउन की लोड़ नहीं है, ये सिख तो मर गया भी कहता मैं मुर्दा हो गया। माफ करना गुरु की संगत बटियाई लगे वरताउन, बटियाई वरताउंदे 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 मरने तो दुख है। जो सारे साथी की थोड़ी ही रेडी पर और जो कहता जी मैं मर गया, कहता मेरा भी ख्याल रखियो, कहता भी मेरा भी ख्याल रखियो, मेरा भी ख्याल रखियो। और संत हस लगे कहना, गुरु कहता जी मैं मर गया, कहता बाबा मरता गया पर ताजा ही मरिया। कहता बाबा जी मैं मरता गया पर मैं ताजा ही मरिया, मेरा भी ख्याल करना। जिंदे मरना पैदा वीर ऐसा एक आग जो जीवित मृतक होए, कहता ने एक करता ही है, एक करता ही तेरा जिंदे मर जाए। बाबा लेना जी गुरु नानक के बचना से जिंदे जी मर गए सन, विक गए सन, मन बेटे सतगुर के पास जिस के कार्य रास। सारे पढ़ी जाते हैं तन मन धन सब तेरा, पर अगली जी तुक है कब्जा होगा मेरा, कब्जा नहीं छड्डना, यही जाना है। तन भी तेरा, मन भी तेरा, धन भी तेरा, पर खालसा जी बाबा लैना जी ऐसा नहीं सी जी वस्तु बेच दी जाए वो कब्जा खत्म हो जाए। घर बेचता रकम वट ली कब्जा खत्म, कोई जमीन बेचती रकम वट ली कब्जा खत्म। इसे तरह जी वस्तु बेच दी जाती है वह कदे दुख नहीं होया करता। माफ करना गुरु की संगत आप एक गड्डी बेचती, एक आप गड्डी बेचती, मिसाल है उदाहरण है प्रमाण है, गड्डी बेचती गुरु की संगत गड्डी की रकम वट ली ते जिहड़ा गड्डी खरीद के जाता या तो सारी भावें गड्डी साथ संगत जी अगर रस्ते अग लग जाए गड्डी सड़ जाए, ओह आप कहते कह दें चंगी गल होगी भी चंगे लगे गड्डी बेचती। जो गड्डी मेरे को सड़ जाती मेरे हाथ कख नहीं सी कह दे चंगे को खुशी होती। इस तरह जी वस्तु बेच दी जाती है रकम वट ली जाती है वही खुशी होती है। इस तरह जो सिखा ने मन में जसन चरखड़ियां चल गया पंध पंध कट्टे क्योंकि मन में कह दे अपनी चीज तो रखी नहीं, जी चीज बेच दी जाए तो अपना हक खत्म हो जाया करता। तो गुरु की सुख खैर रहो विचार तो माफ करना सा संदास अर्ज कर रहा सी माफ करना जी चीज बेच दी जाए तो हक खत्म हो जाना। बाबा लड़ जी ने मन बेचा तो सत्संग गुरु जी गुरु नानक साहब जी लगे के लैने पुत्र मुर्द नूं खाण वास्ते तैयार नहीं, भाई बाला भाई मरदाना मुर्द नूं छकण वास्ते तैयार नहीं। इंज करो फिर तुसीं खाओ माफ करना। क्योंकि असीं नूं किसी महात्मा दे चरणों च जाके कहता संत जी सेवक को नालो, सेवक को नालो। संत कहते सेवक बनना बड़ा औखा, बहुत औखा सेवक कोट मदे गलबात सेवक अवर सक व्यवहारी। गुरु नानक जी के समय एक बाबा लैना पास होए, गुरु अंगद देव महाराज के समय बाबा अमरदास जी महाराज पास हुए, तीसरे पातशाह के समय गुरु रामदास जी पास हुए। आउंदे दवाना में विचार करांगे दशमेश जी ने जिन्होंने खालसा पंथ तलवार की धार से सजे उन्होंने 5 पास हुए। 80,000 की गिनती सी पंडाल के विच, यानी अखा वाले तो सिर्फ 5 ही हुए ना, कैसे अखा वाले तो 5 ही ना, बाकी तो डिग्री जाते सन छके करी गुरु नूं भी हो गया, गुरु कही जाता सी गुरु ने चढ़ी वारी खुशी पै गई, कोई कहता जी मत नहीं उम्र छोटी है। गुरु साहब पासों गुरु नानक जी की गुरुता गुरगद्दी की शक्ति संभाली नहीं थी। सच एक पैर एवं नहीं क्या कोट पर देखो बिरला सेवक अवर सगल व्यवहारी, करोड़ा में कोई है
खैर गुरु की संगत कसम उठ के बाबा जी लगे के लेना इंज करो तुम बरते लोग बड़िया बड़िया कसवटियां लाई हाथों कुछ बड़ी बड़ी कसवटियां कढ़ते हैं गुरु की संगत जाके जीवन बनता लोग ही जाते साढ़े संतां की फर्क है सारी जिंदगी लानी पैंदी है किते संत नूं सिर्फ आदि जहाज दे विच आ रहे सी कहदे वे जहाज आ रहे सी साडियां टिकटां टैग सानूं पुराणियां पईयां और दो टिकटां विच बिजनेस क्लास ने वैसे सी कदे बिजनेस क्लास दी सीट नहीं है कदे सीट नहीं है और लोग अगे हो गए या पीछे हो गए एक बंदा शराब पीते ना रज के सिरे लग गया पहला सिंगा को जाकर कहता देखो संत कहता एडी फर्स्ट क्लास की सीटां बैठे कह रहे थे पहले सिंगा को चला गया वो तो उठ के उधर आ गया कहते 2 मिनट गल करनी है मैं कहा 10 मिनट दसो पैसा तो कोई नहीं लगा कह दे देखो गुरु की संकेत चादर में संत मरना भुखे संत मरन के जदों की ना लोगों को ये नहीं पता कि दुनिया में जिहड़े संत रब कहता मैंने अपने संतां भगतां नूं प्यारी दुनिया में कोई भी चीज नहीं कोई भी प्यारी चीज नहीं है गुरु की संगत जिसनूं बख्शे सलाह नानक पातशाही पातशाह कदे गुरु साहब ने कहा जी ना जिनकी जात पर परमाही सरदारी ना पई किता इन्हीं को सरदार बनाओ तब संगत नाम तो हम दुनिया बिना निंदा चोरी के पेटू है निंदा लड़े निंदा कर लगे कहते हैं निंदा कर लगे जबान गंदी होती है कह दे पर निंदा क्यों पाप है जिन्हें सवाल करता साथ जी निंदा क्यों पाप है सुन लो क्यों पाप कह दे एक बार कह ये बहुत बड़ी गल है पल्ले बन के जाए ਜਿਹੜੇ ਕਹਿੰਦੇ ਜਿੰਦਾ ਕਿਉਂ ਪਾਪ ਹੈ ਸਾਸੀ ਕੋਈ ਕੰਮ ਕੀਤਾ ਹੋਵੇ ਸਾਡੇ ਕੰਮ ਨੂੰ ਕੋਈ ਨਿੰਦ ਦੇਵੇ ਸਾਨੂੰ ਦੁੱਖ ਹੁੰਦਾ ਕਿ ਖੁਸ਼ੀ ਹੁੰਦੀ ਹੈ ਕਹਿੰਦੇ ਉਹ ਦੁੱਖ ਹੁੰਦਾ ਕਿ ਖੁਸ਼ੀ ਹੁੰਦੀ ਹੈ ਦੁੱਖ ਹੁੰਦਾ ਨਾ ਦੁੱਖ ਹੁੰਦਾ ਘੁਮਿਆਰ ਭਾਂਡੇ ਬਣਾਉਂਦਾ ਘੁਮਿਆਰ ਦੇ ਕਿਸੇ ਵੀ ਭਾਂਡੇ ਬਣਾਏ ਭਾਂਡੇ ਨੂੰ ਜੇ ਕੋਈ ਨਿੰਦ ਦੇਵੇ ਜਾਂ ਉਹਦੀ ਨਿੰਦਾ ਕਰਕੇ ਭਾਂਡਾ ਚੰਗਾ ਨਹੀਂ ਬਣਿਆ ਮਾਫ ਕਰਨਾ ਕਿਸੇ ਘੁਮਿਆਰ ਨੂੰ ਕਿੰਨਾ ਦੁੱਖ ਹੁੰਦਾ ਉਹ ਨਿੰਦਾ ਇਸੇ ਕਰਕੇ ਪਾਪ ਹੈ ਹਰ ਜੀਵ ਨੂੰ ਵਹਿਮ ਪੈਦਾ ਕੀਤਾ ਕਹਿੰਦੇ हर बंदे ने वह पैदा किया ते जदों कोई बंदा किसी बंदे की निंदा करता रब कहता देख पागल मेरे बनाए कि रब ने किसी को माड़ा नहीं बनाया वह किसी ने जिन्हों भी बनाया चंगा समझ के बनाया है जदों कोई किसी की निंदा करता तो परमेश्वर कहता देख मूर्ख है मेरे किए काम दे उत्ते किंतु किंतु करता मेरे काम किए काम की निंदा करता है ऐसे करके क्या निंदा कभी किसी की नहीं मानो मूर्ख रखा कर किसी राह में जाके करना जाएगी तो 2-4 गल्लां होईयां करना कि बाबा जी तेरा राह कोई होर है साडा कोई होर है जो असीं कहना तो तैनूं फिट नहीं बहना ते जो तू कहना तो सानूं फिट नहीं बहना मनमुख दा राह नियारा गुरमुख दा राह होर इन्हां दी वक्री वक्री बोली जिन्हां दोहां दी मिलदी तो गुरु की संगत खैर रहो विचार माफ पड़ गया जाके लगे संत जी मैनूं सेवक बना लो और संत लगे कहना तू साडा सेवक नहीं बन सकदा क्या लगा बाबा जी मैं जरूर मैं सेवक बनवाते हैं संत लगे क्या बहुत दुखी गल है इंज कर तू साडा सेवक बन सकता क्या लगा बाबा जी दसो भी सेवक बन के की करना पैना संतां दे कोल रखी सी गऊ कहंदा देख पहला तां अगों वास्ते पट्ठे लियाने पैणगे चल गऊ नूं लाउणा पऊगा पट्ठे टुक के पाउणे पैणगे फिर माफ करना ते गऊ दा गोहा जिहड़ी गोबर विच नूं सुੱਟਣਾ पऊगा फिर गऊ दा दुध भी चोना पऊगा माफ करना ते दुध चो के फिर दुध गर्म नहीं करना पऊगा फिर लगा कर बाबा जी इन्ना कुछ करना पऊगा हाँ इन्ना भी करना पऊगा गऊ वास्ते पट्ठे लियाने पैणगे पट्ठे टुके पाउणे पैणगे गऊ नलाउणा पऊगा फिर बाबा जी गऊ दा गोहा भी सुੱਟਣਾ पऊगा फिर बाबा जी गऊ दा दुध भी चोना पऊगा दुध गर्म करना पऊगा ते तुसीं की करोगे कह लगे सासी सानू दुध करके पलना पऊगा कह लगा बाबा जी फिर मैनूं संत ही बना लो गुरु भी बना लो तुसीं सेवक बन गए बाबा लैना जी इहो जी कोई गल नहीं सी जीवन विच आ गया सी कह सब ने आख्या लैनी इंज करो कह बंदे नूं तुसीं खा सत बचन करके अगे बढ़े जदों अगे बढ़ के गुरु की संगत में हाथ जोड़ खड़े हो जाते बाबा लैन जी गुरु नानक जी लगे कह लैने एक ही गल बनी कह भी दिता सत बचन ते लोग भी रहे मुर्दे नूं खांदे नहीं दोवें हाथ जोड़ के बेनती की पातशाह मैं तेरे हुक्म की उड़ीक कर रहा इस मुर्दे नूं पैरों तो खावां कि सिर वाल हजूर ने हुक्म किया लैना जी खा लो जितनों मर्जी खा लो मतलब खाण नाल अगे बढ़ के चक्की जद माफ करना गुरु की संगत को चादर के थले कड़ा शादी दे गुरु की
मन च गल बैठी सी कि भला कोई गुरु भी अपने सिख नूं मुर्दे ते लाउंदा है। एक ऐसा समा भी आया सी, कहते ये बड़ी वड्डी किस्मती सी, बड़ी वड्डी किस्मती। कहते ओहो बाबा लैणा जी जब अपनी थां ते बिठा के गुरता गुरगद्दी देनी सी, आख्या वेख पुरखा, कहते वेख पुरखा, वेख पुरखा, तै सारी जिंदगी साडा वचन मने, सारी जिंदगी साडा वचन मने, पर माफ करना एक वचन आ वचन मन। बाबा लैणा जी ने बड़े तरले कीते, महाराज गुरदेव ने आख्या लैणे आ वचन मने, पर मैं कह बैठे मेरी तो जिन्हें भी रागी संग ढाडी संग कीर्तनीय गुरु घर के ग्रंथी संग सेवादार मुकदी गल कि मैं तो सारे सिख जगत नूं कह दिया, ये भी छोटी गल आ, ये तू अगे जे सारी दुनिया नूं कह दा दास तां अपनी जिद जान समझदा, माफ करना क्योंकि खुशी मिलती है, जेडे दर्शन करते हैं उन्होंने भी खुशी मिलती है, जेडे कीर्तन सुनते उन्होंने भी खुशी मिलती है, जेडे सत्संग आके सत्संग करते उन्होंने भी खुशी मिलती है, जेडे निंदा करते हैं उन्होंने भी खुशी मिलती है। और निंदक भी मेरे हैं, मेरे प्यार वाले हैं खालसा जी, वो भी बसते रहन। माफ करना गुरु की संगत, हसाउण वाले भी मेरे ने, दिखाउण वाले भी मेरे ने, हम माफ करना मचदी ते अग पाउण वाले भी मेरे ने, मचदी अग बजाउण वाले भी मेरे मेरे पर जब बिसर गई सुल्तान बुराई, जब ते साथ संगम होए भाई यह जी कृपा करते साडी नस्ता बन गई। पर खालसा जी घटदा की तरी कख नहीं घटदा, कह दे वो कह दे आज के पंज का पाउंड है, पैर तद भी पंजदा रहना, गोडे थले रख दे तद भी पंजदा रहना, इन्हू गुरु जी ने चुट्टी ते रख देना तद भी पंजदा रहना। जिहो जे आपा ओहो जी रहना, किसी के अंदर कोई फर्क नहीं, प्यार करता। खैर बाबा जी बाबा लैणा जी गुरु नानक जी ने जब गुरता गुरगद्दी की बख्शिश करनी सी अपने थां ते, किथे गुरु नानक बहिंदा सी, किथे गुरु नानक बहिंदा सी, जिस गुरता गुरगद्दी ते गुरु नानक बहिंदा सी, बल्ले बल्ले कह दे बड़ी वड्डी गल सी। बहुत फट के आख्या पुरखा इत्थे, और आख्या पुरखा इत्थे बाबा लैणा जी की दात निकल गई, दात आख्या महाराज तुहाडी थां ते मैं, कहते तुहाडी थां ते मैं, मेरी हिम्मत की मैं तुहाडी थां ते बह जावां। आख्या नहीं लैणा जी बोलना नहीं, साडी थां ते अपनी थां ते सिख नूं सिख गुरु दी थां ते बह गया ते सिख दी थां ते गुरु खड़ा हो गया। कहते माफ करना सिख गुरु दी थां ते बह गया ते गुरु सिख दी थां ते गुरु माफ करना खड़ा हो गया। 5 पैसे नारियल या नरेल रख के ना, जेड़ा सिख रोज गुरु नूं मत्थे टेकदा सी, जेड़े गुरु नूं रोज सिख मत्थे टेकदा सी, अज ओही गुरु अपने सिख नूं मत्था टेक, ओही गुरु अज अपने सिख नूं मत्था टेक रहा है। माफ करना गुरु की संगत जुगत साह काया सा सखाया, फिर माफ करना गुरु की संगत पलटिया ते मां बाप अनुसार गुरु की संगत बाग के मुताबिक गुरु साहब दे विच बाबा लैणा जी विच लैणा लैणा ना रहा। माफ करना लैणे दे विच अपनी जोत रख दी खालसा जी। गुरु की संगत भगती करते करते सिख ने गुरु का भगत भगवान का मरीद मुर्शद का रूप हो जाना। पाका पाना वक्त वक्त समा गुरु चरणों में लाओ। अगली विचार फिर एक शुरू की जाएगी। इन्हीं शब्द प्रमाण हुण खालसा जी आनंद साहब का पाठ होएगा, उस बाद अरदास होएगी। राम कली महला तीजा नंद तुकार प्रसाद आनंद प्या मेरी Oh